ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। गोबिंद के ठाकुर मेरा पहारा करण करावण सगल बिद सो सतगुरु हमारा। परम सन्मानयोग गुरु रूप गुरु खालसा साध संगत जीओ, आप सब वडभागे हो जिथे अकाल पुरख अंतरजामी वाहिगुरु जी के सरगुण स्वरूप दसवें गुरु नानक साहिब सतगुरु श्री गुरु गोबिंद सिंह साहिब जी महाराज जी ने धर्म चलावन संत उबारन दुष्ट सबन को मूल उपारन दे वास्ते अवतार धारिया। उस महान पवित्र अस्थान तखत श्री हरमंदर जी पटना साहिब जी दे सचखंड दरबार दियाँ आप हाजरियाँ भर रहे हों, कलगीधर महाराज जी दियाँ खुशियाँ प्राप्त कर रहे हों। सन्मानयोग साध संगत जीओ, अज दा दिन इस ब्रह्मंड इस संसार दे वास्ते एक विलक्षण वखरा न्यारा अलौकिक दिन है। अज दे दिन नूं पुराने लोग सूर्य क्रांति कहिया करते सन। मतलब जिस दिन सूरज विच क्रांति आउंदी है, तब्दीली आउंदी है, बदलाव आउंदा है, फिर इनू संक्रांत कहन लग गए। संग मतलब भली प्रकार ते क्रांत मतलब क्रांति, भली प्रकार क्रांति। पंजाबी विच इनू असी संग्रांद कहंदे हां। 12 रासां हन सूरज दियां, तां करके 12 ही संग्रांदां हन। अज गरीब नवाज पंथ दे वाली चोजी प्रीतम सतगुरु अमृत के दाते सतगुरु हलत पलत के रख्या लोक परलोक के सहायक सतगुरु धन 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 गुरु गोबिंद सिंह साहिब सच्चे पातशाह गरीब नवाज महाराज जी की बख्शिश दे नाल वैसाख दे महीने की समाप्ति अते जेठ दे महीने की प्रारंभता है। उसे ही संबंध विच अज अमृत वेले तखत साहिब जी तो अवतार स्थान प्रकाश स्थान जन्म स्थान तो मुख वाक दे नाल जेठ दे महीने का प्रवचन उपरंत श्री गुरु 10वें पातशाह गरीब नवाज महाराज जी की अपनी अमृतमयी गुरबाणी श्री दसम महाराज जी की बाणी विचों जिथे मुख वाक उथे गुरु 10वें पातशाह महाराज जी दे उचारण किए हुए 12 माह विचों जेठ का महीना भी आप जी ने सरवण किया। अति सन्मानयोग शुद्ध पाठी गुरमुख प्यारे भाई साहब भाई अमृतपाल सिंह साहब जी नाने बड़ी सुरीली रसीली रसना तो श्री गुरु अर्जन देव जी सच्चे पातशाह महाराज जी का बचन जो मांझ राग दे विच 12 माह विचों जेठ का शब्द सानू सारिਆਂ ਨੂੰ ਸਰਵਣ कराया, ਆਪਾਂ ਸਾਰਿਆਂ ने ਸਰਵਣ किया है। गरीब नवाज महाराज जी ने जिवें सानू महीने दे राही
ਕਿਰਪਾ ਕਰਕੇ ਉਪਦੇਸ਼ ਸੰਦੇਸ਼ ਅਤੇ ਸਿੱਖਿਆ ਬਖਸ਼ੀ ਹੈ। ਲੜੀਵਾਰ ਰੂਪ ਦੇ ਵਿੱਚ ਸਰਵਣ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਬਚਨ ਆਉਂਦਾ ਹੈ ਤੁਖਾਰੀ ਰਾਗ ਦੇ ਵਿੱਚ, ਗੁਰੂ ਕਿਰਪਾ ਸਦਕਾ ਦਾਸ ਨੂੰ ਕੰਠ ਹੈ। ਆਓ ਸੰਖੇਪ ਜਿਹਾ ਪਹਿਲਾਂ ਉਹਦਾ ਵੀ ਦਰਸ਼ਨ ਕਰ ਲਈਏ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ, ਥਲ ਤਪਹਿ ਸਰ ਭਾਰ, ਸਾ ਧਨ ਬਿਨੋ ਕਰੈ। ਧਨ ਬਿਨੋ ਕਰੰਦੀ ਗੁਣ ਸਾਰਿੰਦੀ, ਗੁਣ ਸਾਰੀ ਪ੍ਰਭ ਭਾਵਾਂ। ਸਾਚੈ ਮਹਿਲ ਰਹਿ ਬੈਰਾਗੀ, ਆਵਣ ਦੇਹ ਤਾਂ ਆਵਾਂ। ਨਿਮਾਣੀ ਨਿਤਾਣੀ ਹਰ ਬਿਨ, ਕਿਉਂ ਪਾਵੈ ਸੁਖ ਮਹਿਲੀ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਜਗਤ ਗੁਰੂ ਜੀ ਮਹਾਰਾਜ ਫਰਮਾਉਂਦੇ ਨੇ, ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ। ਜੀ ਹਾਂ ਭਾਈ, ਜੇਠ ਦਾ ਮਹੀਨਾ ਬਹੁਤ ਭਲਾ ਹੈ, ਬੜਾ ਸੁੰਦਰ ਹੈ। ਕਦੇ ਕਦੇ ਕਾਲੀਆਂ ਘਟਾਵਾਂ ਛਾ ਜਾਂਦੀਆਂ ਨੇ, ਬੱਦਲ ਆ ਜਾਂਦੇ ਨੇ, ਕਿਧਰੇ ਸਰਦ ਮਹਿਸੂਸ ਹੁੰਦੀ ਹੈ, ਕਿਧਰੇ ਗਰਮੀ। ਬੜਾ ਸੋਹਣਾ ਮਹੀਨਾ ਹੈ। ਫੁੱਲ ਫਲ ਮੌਸਮ ਦੇ ਖਿਲਦੇ ਨੇ। ਕਹਿੰਦੇ ਐਸੇ ਮੌਸਮ ਦੇ ਵਿੱਚ ਪ੍ਰੀਤਮ ਕਿਉਂ ਬਿਸਰੈ, ਮੇਰਾ ਪਿਆਰਾ ਪ੍ਰੀਤਮ ਮੈਨੂੰ ਕਿਉਂ ਵਿਸਰੇ ਭਲਾ। ਨਾ ਵਿਸਰੇ ਭਾਈ, ਐਸੇ ਮੌਸਮ ਦੇ ਵਿੱਚ ਤੇ ਉਹਨੂੰ ਮੈਂ ਬਹੁਤਾ ਹੀ ਯਾਦ ਕਰਦੀ ਹਾਂ, ਉਹ ਮੇਰੇ ਤੋਂ ਦੂਰ ਕਿਉਂ ਜਾਵੇ। ਥਲ ਤਪਹਿ ਸਰ ਭਾਰ, ਸਾ ਧਨ ਬਿਨੋ ਕਰੈ। ਥਲ ਜਿਹੜੀਆਂ ਖੁਸ਼ਕ ਥਾਵਾਂ ਨੇ ਉਹ ਤਪ ਜਾਂਦੀਆਂ ਹਨ ਜਦੋਂ ਬਰਸਾਤ ਨਾ ਪਵੇ। ਔਰ ਇਸੇ ਪ੍ਰਕਾਰ ਅੱਗੇ ਜਿਵੇਂ ਜਿਵੇਂ ਦਿਨ ਅੱਗੇ ਜਾਂਦੇ ਜਾਣੇ ਨੇ, ਤਿਵੇਂ ਤਿਵੇਂ ਸੂਰਜ ਨੇ ਹੋਰ ਭਰ ਜਵਾਨੀ ਵਿੱਚ ਆ ਜਾਣਾ। ਮਿੱਟੀ ਤਪਦੀ ਹੈ ਜੀ, ਹਾਂ ਰੇਤਾ ਤਪਦੀ ਹੈ, ਪੱਥਰ ਤਪਦੇ ਨੇ ਜੀ, ਪਾਣੀ ਤਪਦੇ ਨੇ, ਲੱਕੜਾਂ ਤਪਦੀਆਂ ਨੇ, ਹਰ ਪਈ ਹੋਈ ਚੀਜ਼ ਤਪ ਜਾਂਦੀ। ਥਲ ਤਪਹਿ ਸਰ ਭਾਰ, ਸਰ ਕਹੀਏ ਬਰਾਬਰ, ਭਾਰ ਕਹੀਏ ਪਹਾੜ ਭੱਠ। ਜਿਵੇਂ ਕਹਿੰਦੇ ਭਾੜ ਮੇਂ ਜਾਏ, ਹਿੰਦੀ ਵਿੱਚ ਕਹਿੰਦੇ ਕਿ ਅਗਰ ਉਹ ਕੋਈ ਆਦਮੀ ਗੱਲ ਨਹੀਂ ਮੰਨਦਾ, ਕਹੇ ਤੇ ਨਹੀਂ ਆਉਂਦਾ, ਕਹਿੰਦੇ ਭਾੜ ਮੇਂ ਜਾਏ, ਆਖੇ ਭੱਠ ਪਵੇ। ਜੇ ਕਹਾਵਤ ਸੀ ਆਖੇ ਭੱਠ ਪਵੇ ਸੋਨਾ, ਜਿਹੜਾ ਅੰਗਾਂ ਨੂੰ ਖਾਵੇ ਵਾਲੀ ਗੱਲ ਆ। ਸਰ ਥਲ ਤਪਹਿ ਸਰ ਭਾਰ, ਪਹਾੜ ਭੱਠ। ਕਹਿੰਦੇ ਜਿਹੜੀਆਂ ਖੁਸ਼ਕ ਥਾਵਾਂ ਨੇ ਉਹ ਤਪਦੀਆਂ ਨੇ ਭੱਠ ਦੀ ਤਰ੍ਹਾਂ। ਤੇ ਸਾ ਧਨ ਬਿਨੋ ਕਰੈ, ਉਹ ਜੀਵ ਰੂਪ ਇਸਤਰੀ ਬੇਨਤੀ ਕਰਦੀ ਹੈ, ਮਹਾਰਾਜ ਹੁਣ ਤੇ ਕਿਰਪਾ ਕਰਕੇ ਘਰ ਆਓ। ਧਨ ਬਿਨੋ ਕਰੰਦੀ, ਗੁਣ ਸਾਰਿੰਦੀ, ਗੁਣ ਸਾਰੀ ਪ੍ਰਭ ਪਾਵਾਂ। ਜੀਵ ਰੂਪ ਇਸਤਰੀ ਬੇਨਤੀ ਕਰਦੀ ਹੈ, ਮਾਲਕ ਤੇਰੇ ਗੁਣਾਂ ਨੂੰ ਸਾਰ ਸੰਭਾਲੇ ਤੈਨ ਸੱਜਣਾ। ਮੁੰਦ ਨੈਣ ਭਰੇਂਦੀ, ਮੁੰਦ ਨੈਣ ਭਰੇਂਦੀ, ਗੁਣ ਸਾਰਿੰਦੀ, ਕਿਉਂ ਪ੍ਰਭ ਮਿਲਾਂ ਪਿਆਰੇ। ਤੋ ਇਸੇ ਪ੍ਰਕਾਰ ਤੇਰੇ ਗੁਣਾਂ ਨੂੰ ਸਾਰ ਕੇ ਸੰਭਾਲ ਕੇ, ਤੇਰੇ ਗੁਣਾਂ ਨੂੰ ਚੇਤੇ ਕਰ ਕਰਕੇ ਜੀਵ ਰੂਪ ਇਸਤਰੀ ਨੈਣ ਭਰਦੀ, ਰੋਂਦੀ ਕਰਲਾਉਂਦੀ ਹੈ। ਧਨ ਬਿਨੋ ਕਰੰਦੀ, ਗੁਣ ਸਾਰਿੰਦੀ, ਗੁਣ ਸਾਰੀ ਪ੍ਰਭ ਪਾਵਾਂ। ਜੇ ਅਸੀਂ ਉਹਦੇ ਗੁਣਾਂ ਨੂੰ ਉਚਾਰਾਂਗੇ, ਚੇਤੇ ਕਰਾਂਗੇ, ਯਾਦ ਕਰਾਂਗੇ, ਤਾਂ ਹੀ ਮਾਲਕ ਨੂੰ ਪਾਵਾਂਗੇ। ਸਾਚਾ ਮਹਿਲ ਰਹਿ ਬੈਰਾਗੀ, ਆਵਣ ਦੇਹ ਤਾਂ ਆਵਾਂ। ਉਹ ਮੇਰਾ ਬੈਰਾਗੀ ਪ੍ਰਭੂ ਸੱਚੇ ਮਹਿਲ ਵਿੱਚ ਰਹਿੰਦਾ, ਸੱਚਖੰਡ ਵਿੱਚ ਰਹਿੰਦਾ। ਜੇ ਆਉਣ ਦਵੇ, ਆਗਿਆ ਦੇਵੇ, ਤਾਂ ਉਹਦੇ ਘਰ ਵਿੱਚ, ਉਹਦੇ ਮਹੱਲਾਂ ਵਿੱਚ ਆਉਣਾ ਮਿਲਦਾ ਹੈ, ਇਜਾਜ਼ਤ ਮਿਲਦੀ ਹੈ। ਨਿਮਾਣੀ ਨਿਤਾਣੀ ਹਰ ਬਿਨ, ਕਿਉਂ ਪਾਵੈ ਸੁਖ ਮਹਿਲੀ। ਬੇਨਤੀ ਕਰਦੇ ਨੇ ਪ੍ਰਭੂ ਮਾਲਿਕ, ਤੇਰੇ ਤੋਂ ਬਿਨਾ ਮੈਂ ਨਿਮਾਣੀ, ਕੋਈ ਮਾਣ ਨਹੀਂ ਮੇਰਾ, ਔਰ ਤੇਰੇ ਤੋਂ ਬਿਨਾ ਨਿਤਾਣੀ ਹਾਂ। ਮੇਰਾ ਤਾਣ ਵੀ ਕੋਈ ਨਹੀਂ, ਮੇਰੀ ਸ਼ਕਤੀ ਵੀ ਕੋਈ ਨਹੀਂ। ਮਹਾਰਾਜ ਨੇ ਬਾਣੀ ਵਿੱਚ ਬਚਨ ਆਖੇ ਨੇ, ਤੁਧ ਉੱਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ। ਸੁਰਤ ਮਤ ਚਤੁਰਾਈ ਤੇਰੀ, ਤੂੰ ਜਾਣਾ ਇਹ ਜਾਣਾ ਰਾਮ। ਮੈਂ ਮਾਣ ਤਾਣ ਕਰੋ ਹਉ, ਮਾਣ ਤਾਣ ਕਰੋ ਆਪਾ, ਤੇਰਾ ਹਉ ਜਾਣੋ ਆਪਾ। ਸਾਨੂੰ ਮਾਣ ਵੀ ਤੇਰਾ ਤੇ ਸਾਡੇ ਕੋਲ ਤਾਣ ਵੀ ਤੇਰਾ ਹੈ, ਸਾਡੇ ਕੋਲ ਸ਼ਕਤੀ ਵੀ ਤੇਰੀ, ਸਭ ਕੁਛ ਤੇਰਾ ਹੈ ਮਹਾਰਾਜ।
ਤੇ ਤੇਰੇ ਤੋਂ ਬਿਨਾ ਕੁਛ ਵੀ ਨਹੀਂ। ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ। ਤੇਰੇ ਮਹੱਲਾਂ ਦਾ ਸੁੱਖ ਅਸੀਂ ਕਿਵੇਂ ਪਾ ਸਕਦੇ ਹਾਂ? ਤੇਰੇ ਤੋਂ ਬਿਨਾ ਨਿਮਾਣੇ ਨਿਤਾਣੇ ਹਾਂ ਮਹਾਰਾਜ। ਰੁਲਦੇ ਫਿਰਦੇ ਹਾਂ, ਕੋਈ ਪੁੱਛਦਾ ਨਹੀਂ, ਕੋਈ ਨਹੀਂ ਪੁੱਛਦਾ। ਬਾਬਾ ਰਵਿਦਾਸ ਜੀ ਸਾਹਿਬ ਜੀ ਨੇ ਆਖਿਆ, ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ। ਦਰਿਦਰੀ ਦੇਖ ਕੇ, ਗਰੀਬੀ ਦੇਖ ਕੇ, ਮੁਫਲਸੀ ਦੇਖ ਕੇ ਸਭ ਕੋ ਹਸੈ, ਸਾਰੇ ਹੱਸਦੇ ਮਜ਼ਾਕੀਆਂ ਕਰਦੇ। ਐਸੀ ਦਸ਼ਾ ਹਮਾਰੀ, ਸਾਡੀ ਐਸੀ ਦਸ਼ਾ ਸੀ, ਐਸੀ ਦਸ਼ਾ ਹੈ ਅੱਜ ਵੀ। ਅਸ਼ਟ ਦਸਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ। 9 ਨਿਧੀਆਂ 18 ਸਿੱਧੀਆਂ ਅੱਜ ਹੱਥ ਦੀ ਤਲੀ ਦੇ ਉੱਪਰ ਨੇ, ਤੇ ਸਭ ਕਿਰਪਾ ਤੁਮਾਰੀ। ਇਹ ਤੇਰੀ ਕਿਰਪਾ ਹੈ। ਤੂੰ ਜਾਣਤ ਮੈਂ ਕਿਛ ਨਹੀਂ। ਮਾਲਿਕ, ਲੋਕਾਂ ਨੂੰ ਨਹੀਂ ਪਤਾ, ਪਰ ਤੂੰ ਜਾਣਦਾ ਕਿ ਮੈਂ ਕੁਛ ਵੀ ਨਹੀਂ। ਭਵ ਖੰਡਨ ਰਾਮ ਸਰਬ ਜੀ ਸਰਨਾਗਤਾ ਪ੍ਰਭ ਪੂਰਨ ਕਾਮ ਰਹਾਓ। ਕਹੇ ਰਵਿਦਾਸ ਅਕਥ ਕਥਾ ਬਹੁ ਕਾਏ ਕਰੀਜੈ। ਇਹ ਕਥਾ ਅਕਥ ਹੈ, ਇਹਨੂੰ ਮੈਂ ਕਥਨ ਨਹੀਂ ਕਰ ਸਕਦਾ। ਇਹ ਮੇਰੇ ਅੰਦਰ ਦੀਆਂ ਬਿਰਤੀਆਂ ਨੇ, ਇਹ ਮੇਰੇ ਅੰਦਰ ਦੇ ਹਾਲਾਤ ਨੇ, ਮੇਰੇ ਜੀਵਨ ਦੀਆਂ ਸੱਚਾਈਆਂ ਨੇ। ਕੀ ਇਹਦੇ ਬਾਰੇ ਬਹੁਤਾ ਕਹਿਣਾ? ਇਹ ਬਾਣੀ ਹੈ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਜੈਸਾ ਤੂੰ ਹੈ ਤੈਸਾ ਤੂੰ ਹੀ ਹੈ। ਮੈਂ ਕਿਸੇ ਨਾਲ ਕੀ ਤੇਰੀ ਉਪਮਾ ਦੇਵਾਂ? ਤੇਰੇ ਵਰਗਾ ਤੂੰ ਹੀ ਹੈ ਮਹਾਰਾਜ। ਤੇਰੇ ਤੋਂ ਬਿਨਾ ਕੋਈ ਸਾਡਾ ਮਾਣ ਨਹੀਂ, ਤੇਰੇ ਤੋਂ ਬਿਨਾ ਕੋਈ ਸਾਡਾ ਤਾਣ ਨਹੀਂ। ਤੂੰ ਹੀ ਤੂੰ ਹੈ ਸਾਡਾ ਮਹਾਰਾਜ। ਨਿਮਾਣੀ ਨਿਤਾਣੀ ਹਰ ਬਿੰਦ ਕਿਉਂ ਪਾਵੈ ਸੁਖ ਮਹਿਲੀ। ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ। ਮਹਾਰਾਜ ਕਹਿੰਦੇ ਜੇਠ ਦੇ ਮਹੀਨੇ ਵਿੱਚ ਜੋ ਮਾਲਕ ਨੂੰ ਜਾਣ ਲੈਂਦੀ ਹੈ ਜੀਵ ਰੂਪ ਇਸਤਰੀ, ਤਾਂ ਉਹ ਮਾਲਕ ਵਰਗੀ ਹੋ ਜਾਂਦੀ, ਪਰਮੇਸ਼ਰ ਵਰਗੀ ਹੋ ਜਾਂਦੀ। ਇਹ ਬੜੂ ਉੱਚਾ ਹੋਵੇ ਕੋ ਤਿਸ ਉੱਚੇ ਕੋ ਜਾਣੈ ਸੋਏ। ਜੋ ਉੱਚਾ ਹੋਵੇਗਾ ਉਹ ਹੀ ਉੱਚੇ ਨੂੰ ਜਾਣੇਗਾ। ਕਰਮ ਮਿਲਿਆ ਗੁਣ ਗਹਿਲੀ, ਜਿਹਦੇ ਉੱਪਰ ਮਾਲਕ ਦਾ ਕਰਮ ਬਖਸ਼ਿਸ਼ ਦਇਆ ਅਨਾਇਤ ਪ੍ਰਾਪਤ ਹੋ ਜਾਂਦੀ ਹੈ, ਉਹਦੇ ਗੁਣ ਵੇਖ ਕੇ ਮਾਲਕ ਉਹਨੂੰ ਗਹਿਲੀ ਪਕੜ ਲੈਂਦਾ, ਭਾਵ ਗ੍ਰਹਿਣ ਕਰ ਲੈਂਦਾ। ਬਾਹਾਂ ਪਕੜ ਠਾਕੁਰ ਹੋਂ ਕਿੱਦੀ ਗੁਣ ਔਗਣ ਨਾ ਪਛਾਣੇ। ਐਸਾ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੇਠ ਦੇ ਮਹੀਨੇ ਦੀ ਬਾਬਤ ਵੀ ਆਖਿਆ ਹੈ। ਜਿਵੇਂ ਲੜੀਵਾਰ ਕਥਾ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਸ਼ਹੀਦੋਂ ਕੇ ਸਿਰਤਾਜ ਸਤਿਗੁਰੂ, ਕਲਜੋ ਕੇ ਜਹਾਜ ਸਤਿਗੁਰੂ, ਗੁਰੂ ਗਰੀਬ ਨਿਵਾਜ ਸਤਿਗੁਰੂ, ਰਾਜਨ ਕੇ ਮਹਾਰਾਜ ਸਤਿਗੁਰੂ, ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਲੜੀਵਾਰ ਰੂਪ ਦੇ ਵਿੱਚ ਅੱਜ ਦੇ ਇਸ ਮਹੀਨੇ ਦੇ ਰਾਹੀਂ ਕਿਰਪਾ ਕਰਕੇ ਸ਼ੁਭ ਸਿੱਖਿਆ ਪਾਵਨ ਉਪਦੇਸ਼ ਸਾਡੇ ਤਾਈਂ ਬਖਸ਼ ਰਹੇ ਨੇ। ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਗਰੀਬ ਨਿਵਾਜ महाराज जी की पवित्र गोद में सुभायमान होकर महाराज जी के चरणों का लाहा लै रहे हो भाई। सो संग्राम की कथा, महीने की कथा, जेठ के महीने की कथा के नाल जोड़ो, एकाग्रता बनाओ। श्री गुरु कलगीधर पातशाह महाराज जी के चरणों का ध्यान धरते हुए रसना पवित्र करो। प्यार दे नाल गज के आखो जी सतनाम श्री वाहिगुरु जी। प्यार नाल फिर आखो जी सतनाम श्री वाहिगुरु जी। हर जेठ जुड़ंदा लोड़िया जिस अग्गै सब निवन्ना। साध संगत जी अज वैसाख का महीना समाप्त होया और जेठ के महीने की प्रारंभता है। श्री गुरु अर्जन देव जी महाराज उपदेश दे रहे हर जेठ जुड़ंदा लोड़ी है कि रब जो है ना वो जेठ है, भाव वड्डा है। जेठा वड्डे नूं कहंदे हन। साडे समाज विच एक रिश्ता भी है। औरतां तरीमतां अपने पति तो जो वड्डा उहदा भाई हुंदा उहनूं जेठ शब्द दे नाल वो सन्मान दिंदियां हन। तो इसे प्रकार महाराज ने परमेश्वर नूं भी जेठ आखिया। हर जेठ जुड़न दा लोड़ी है। जेठ दे महीने राही महाराज कहंदे ने भाई हर जुड़न दा लोड़ी है। हरी दे नाल जुड़ जाना लोड़ीए, जुड़ जाना चाहिए भाई। क्यों? जिस अगे सब निवन, जिस मालक दे अगे सब न्योंदे, सब तुदै पासों मंगदे नित कर अरदास। सब जीव जंतु उहदे अगे झुकदे ने।
ਸਭ ਡਰਦੇ ਹਨ। ਨਹੀਂ ਨਿਉਂਦਾ ਤੇ ਕਿਰਤ ਕਣ ਆਦਮੀ ਨਹੀਂ ਨਿਉਂਦਾ ਭਾਈ, ਸਭ ਜੀਵ ਜੰਤੂ ਨਿਉਂਦੇ ਹਨ। ਆਮ ਇੱਕ ਕਹਾਵਤ ਹੈ ਦੁਨੀਆਦਾਰਾਂ ਦੀ ਕਿ ਪੰਛੀ ਇੱਕ ਇੱਕ ਚੋਗਾ ਚੁਗਦਾ ਤੇ ਸਿਰ ਝੁਕਾਉਂਦਾ ਹੈ। ਮਨੁੱਖ ਸੋ ਕਈ ਦਿਨ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ। ਕਿੰਨਾ ਕਿੰਨਾ ਭੋਜਨ ਅਸੀਂ ਛਕਦੇ ਹਾਂ। ਸੋ ਕਿਧਰੇ ਕੋਈ ਵਿਰਲਾ ਹੀ ਟਾਵਾਂ ਹੋਵੇਗਾ ਜਿਹੜਾ ਅੱਗੇ ਥਾਲ ਪਰੋਸ ਕੇ ਪਹਿਲਾਂ ਮਹਾਰਾਜ ਨੂੰ ਚੇਤੇ ਕਰੇ, ਫਿਰ ਭੋਜਨ ਗ੍ਰਹਿਣ ਕਰੇ। ਸਭ ਦੁਨੀਆ ਉਹਦੇ ਅੱਗੇ ਨਿਉਂਦੀ ਹੈ ਭਾਈ, ਸਭ ਉਹਦਾ ਸ਼ੁਕਰ ਕਰਦੇ ਨੇ, ਮਾਲਕ ਦਾ, ਸਿਰਜਣਹਾਰ ਦਾ। ਬੰਦਾ ਵੀ ਝੁਕਦਾ ਹੈ ਵੈਸੇ, ਪਰ ਇਹ ਚੰਦਰਾ ਮੁਸੀਬਤ ਵੇਲੇ ਝੁਕਦਾ। ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰਹੁ ਨਿਤ। ਭਗਤ ਜੀ ਕਹਿੰਦੇ ਜਦੋਂ ਕੰਮ ਪੈਂਦਾ ਉਦੋਂ ਜੂ ਚੇਤੇ ਕਰਦਾ, ਕਹਿੰਦੇ ਰੋਜ਼ ਹੀ ਚੇਤੇ ਕਰਿਆ ਕਰ। ਫਿਰ ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰਹੁ ਨਿਤ, ਅਮਰਾਪੁਰ ਬਾਸਾ ਕਰਹੁ ਹਰ ਗਿਆ ਬਹੋਰੈ ਬਿਤ। ਮਹਾਰਾਜ ਕਹਿੰਦੇ ਜਿਸ ਅੱਗੇ ਸਭ ਨਿਵੰਨ, ਜਿਸ ਵਾਹਿਗੁਰੂ ਦੇ ਅੱਗੇ ਸਭ ਨਿਉਂਦੇ, ਕੋਈ ਮਤਲਬ ਨੂੰ ਨਿਉਂਦਾ, ਕੋਈ ਭਾਵਨਾ ਨੂੰ ਨਿਉਂਦਾ, ਕੋਈ ਮੁਸੀਬਤ ਵੇਲੇ ਨਿਉਂਦਾ, ਕੋਈ ਕਿਵੇਂ ਨਿਉਂਦਾ ਹੈ। ਕਹਿੰਦੇ ਉਸ ਮਾਲਕ ਦੇ ਨਾਲ ਜੁੜਨ ਦਾ ਲੋੜ ਹੀ ਹੈ, ਜੁੜ ਜਾਣਾ ਚਾਹੀਦਾ। ਗੱਲ ਤਾਂ ਸਾਰਿਆਂ ਜੁੜਿਆਂ ਹੋਇਆਂ ਦੀ ਹੈ। ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੇ ਬਾਰ-ਬਾਰ ਕਿੰਨੇ ਸੋਹਣੇ ਸੁੰਦਰ ਫੁੱਲ ਖਿਲੇ ਹੋਏ ਨੇ। ਦਾਸ ਨੂੰ ਇਸ ਸਮੇਂ ਵੀ ਸਾਹਮਣੇ ਦਿਖਾਈ ਪੈ ਰਹੇ ਨੇ ਸ਼ੀਸ਼ੇ ਦੇ ਬਾਰ-ਬਾਰ, ਕਿੰਨੇ ਸੁੰਦਰ ਨੇ, ਕਿੰਨੇ ਪਿਆਰੇ ਨੇ। ਸੋ ਪਰਮੇਸ਼ਰ ਦੀ ਰਚਨਾ, ਵਾਹਿਗੁਰੂ ਜੀ ਦੀ ਰਚਨਾ, ਗੁਰਮੁਖ ਪਿਆਰੇ ਭੂਰੀ ਵਾਲੇ ਮਹਾਂਪੁਰਖਾਂ ਦੀ ਸੇਵਾ। ਕਦੇ ਸੋਚ ਕੇ ਦੇਖੋ, ਸੋ ਇਹ ਫੁੱਲ ਕਿਉਂ ਖਿਲੇ ਨੇ, ਇਹਨਾਂ ਵਿੱਚ ਗੰਧ ਕਿਉਂ ਹੈ? ਕਿਉਂਕਿ ਆਪਣੇ ਮੁੱਢ ਨਾਲ, ਆਪਣੀ ਜੜ ਨਾਲ ਜੁੜੇ ਹਨ। ਖੁਦਾ ਨਾ ਖਾਸਤਾ ਕੋਈ ਆਦਮੀ ਜ਼ਾਲਮ ਜਰਵਾਣਾ ਆਵੇ, ਇਹਨਾਂ ਫੁੱਲਾਂ ਨੂੰ ਇਹਨਾਂ ਦੀ ਜੜ ਦੇ ਨਾਲੋਂ ਤੋੜ ਦੇਵੇ, ਟਹਿਣੀ ਨੂੰ ਜੜ ਦੇ ਨਾਲੋਂ ਤੋੜ ਦੇਵੇ, ਵੱਢ ਦੇਵੇ, ਕੱਟ ਦੇਵੇ ਕੋਈ। ਦੇਖਦਿਆਂ ਦੇਖਦਿਆਂ ਇਹ ਫੁੱਲ ਜਿਨ੍ਹਾਂ ਵਿੱਚ ਗੰਧ ਹੈ, ਜਿਹੜੇ ਖਿੜਦੇ ਨੇ, ਜੀ ਮੁਰਝਾ ਜਾਣਗੇ। ਜਿਨ੍ਹਾਂ ਨੂੰ ਵੇਖ ਕੇ ਚਿਹਰਾ ਵੀ ਖਿੜ ਜਾਂਦਾ ਹੈ, ਉਹ ਸੁੱਕ ਜਾਣਗੇ। ਬਸ ਉਹ ਖੇਜ ਹੀ ਬਣ ਕੇ ਉੱਡ ਜਾਣੇ, ਪਤਾ ਨਹੀਂ ਲੱਗਣਾ ਕਿੱਥੇ ਚਲੇ ਜਾਣੇ। ਮਹੱਤਤਾ ਤਾਂ ਜੁੜਿਆਂ ਹੋਇਆਂ ਦੀ ਹੈ ਭਾਈ। ਜਿਹੜੇ ਟੁੱਟ ਗਏ ਆਪਣੇ ਧੁਰੇ ਦੇ ਨਾਲੋਂ, ਕੀ ਬਣਿਆ ਉਹਨਾਂ ਦਾ? ਕੁਛ ਵੀ ਨਹੀਂ। ਅੱਜ ਕੱਲ੍ਹ ਨਾ ਅਸੀਂ ਕਣਕਾਂ ਵੱਢ ਲਈਆਂ ਨੇ, ਹੁਣ ਕਈਆਂ ਨੇ ਕਮਾਦ ਲਗਾ ਦਿੱਤੇ ਨੇ, ਤੇ ਕੋਈ ਝੋਨੇ ਦੀਆਂ ਪਨੀਰੀਆਂ ਬੀਜ ਰਿਹਾ, ਤਿਆਰੀਆਂ ਕਰ ਰਿਹਾ ਹੈ। ਪਹਿਲਾਂ ਲੋਕ ਕਣਕਾਂ ਨੂੰ ਭੜੋਲਿਆਂ ਵਿੱਚ ਸੰਭਾਲ ਲੈਂਦੇ ਸਨ। ਸ਼ਹਿਰਾਂ ਵਿੱਚ ਤੇ ਲੋਕ ਆਟਾ ਜਿਹਾ ਮੁੱਲ ਖਰੀਦ ਕੇ ਲੈ ਕੇ ਲਿਆਉਂਦੇ ਨੇ। ਪਿੰਡ ਵਾਲਿਆਂ ਨੂੰ ਮੁੱਲ ਖਰੀਦੇ ਆਟੇ ਨਾਲ ਸਿਦਕ ਨਹੀਂ ਆਉਂਦਾ। ਉਹ ਆਪਣਾ ਬੀਜਦੇ ਨੇ ਤੇ ਆਪਣਾ ਖਾਂਦੇ ਨੇ। ਸੋ ਦੁਕਾਨਾਂ ਤੋਂ ਖਰੀਦੀ ਹੋਈ ਕਣਕ, ਦੁਕਾਨਾਂ ਤੋਂ ਖਰੀਦੇ ਹੋਏ ਆਟੇ ਦਾ ਉਹਨਾਂ ਨੂੰ ਸਵਾਦ ਹੀ ਨਹੀਂ ਆਉਂਦਾ। ਉਹ ਕਹਿੰਦੇ ਬਗਾਨਾ, ਕਹਿੰਦੇ ਬਗਾਨੇ ਦਾ ਹੈ, ਆਪਣਾ ਆਪ ਹੀ ਸੰਭਾਲ ਕੇ, ਆਪ ਹੀ ਉਹ ਸਾਂਭ ਕੇ ਆਟੇ ਨੂੰ ਪੀਸ ਕੇ ਉਹ ਛਕਦੇ ਨੇ। ਉਹ ਉਹਨਾਂ ਦੀ ਜ਼ਿੰਦਗੀ। ਅਸੀਂ ਵੀ ਪਿੰਡਾਂ ਦੇ ਜੰਮ ਪਲਿਆ। ਜਦੋਂ ਲੋਕ ਕਣਕਾਂ ਨੂੰ ਸੰਭਾਲ ਲੈਂਦੇ ਸੀਗੇ ਭੜੋਲਿਆਂ ਦੇ ਵਿੱਚ, ਡਰਮਾਂ ਦੇ ਵਿੱਚ, ਤੇ ਥੱਲੇ ਉਹ ਤੂੜੀ, ਨੜਾ ਇਤਿਆਦਿਕ ਪਾਉਂਦੇ ਹਨ। ਉਹ ਇਸ ਕਰਕੇ ਕਿ ਉੱਦਾਂ ਕਣਕ ਹੁੰਦੀ ਖਰਾਬ। ਉਹਦਾ ਕਣਕ ਦਾ ਜੋ ਧੁਰਾ ਹੈ, ਉਹਦੀ ਜੜ ਹੈ, ਉਹ ਨੜਾ ਹੈ, ਤੂੜੀ ਹੈ। ਜੇ ਉਹਨੂੰ ਥੱਲੇ ਪਾਇਆ ਜਾਵੇਗਾ ਤੇ ਕਣਕ ਨਹੀਂ ਖਰਾਬ ਹੁੰਦੀ, ਸਮੈਲ ਨਹੀਂ ਛੱਡਦੀ, ਖਰਾਬ ਨਹੀਂ ਹੁੰਦੀ। ਕੀੜੇ, ਸੁਸਰੀ, ਕਿਰਮ ਜਿਹੜੇ ਨੇ ਉਹ ਨਹੀਂ ਪੈਂਦੇ ਹਨ। ਕਦੀ ਪ੍ਰਕਿਰਤੀ ਵੱਲ ਨਜ਼ਰ ਮਾਰ ਕੇ ਦੇਖਿਓ। ਅੱਗ ਜਿਹੜੀ ਹੈ ਨਾ, ਇਹਨੂੰ ਤੁਸੀਂ ਜਿਵੇਂ ਮਰਜ਼ੀ ਬਾਲ ਲਵੋ, ਅੱਗ ਹਮੇਸ਼ਾ ਉੱਪਰ ਨੂੰ ਜਾਂਦੀ ਹੈ। ਹੈਰਾਨਗੀ ਦੀ ਗੱਲ, ਖੱਬੇ ਬਾਲੋ, ਸੱਜੇ ਬਾਲੋ, ਜਿਵੇਂ ਮਰਜ਼ੀ ਬਾਲੋ, ਇਹਨੇ ਉੱਪਰ ਨੂੰ ਜਾਣਾ ਹੈ। ਕਿਉਂਕਿ ਅੱਗ ਦਾ ਧੁਰਾ ਜਿਹੜਾ ਹੈ ਉਹ ਸੂਰਜ ਹੈ ਭਾਈ। ਸਾਰੀ ਅਗਨੀ ਸੂਰਜ ਤੋਂ ਹੀ ਉਤਪੰਨ ਹੁੰਦੀ, ਸੂਰਜ ਤੋਂ ਹੀ ਪੈਦਾ ਹੁੰਦੀ। ਉਹ ਮਹਾ ਅਗਨੀ ਹੈ। ਉਹ ਆਪਣੇ ਧੁਰੇ ਨਾਲ ਜੁੜਨਾ ਚਾਹੁੰਦੀ ਹੈ ਅੱਗ। ਹੈਰਾਨਗੀ ਦੀ ਗੱਲ, ਪਾਣੀ ਪੂਰਬ ਨੂੰ, ਪੱਛਮ ਨੂੰ, ਉੱਤਰ ਨੂੰ, ਦੱਖਣ ਨੂੰ, ਜਿੱਧਰ ਨੂੰ ਮਰਜ਼ੀ ਵਹੇ, ਉਹਨੇ ਨਿਵਾਣ ਨੂੰ ਜਾਣਾ ਹੈ। ਹਮੇਸ਼ਾ ਨਿਵਾਣ ਨੂੰ ਜਾਣਾ, ਹਮੇਸ਼ਾ ਹੀ। ਕਿਉਂਕਿ ਉਹਦਾ ਧੁਰਾ ਹੈ ਸਮੁੰਦਰ। ਉਹ ਸਮੁੰਦਰ ਦੇ ਕੋਲ ਜਾਣਾ ਚਾਹੁੰਦਾ, ਭੱਜ ਕੇ ਜਾਣਾ ਚਾਹੁੰਦਾ। ਪਹੁੰਚਦਾ ਕਿ ਨਹੀਂ, ਬਾਅਦ ਦੀ ਗੱਲ ਹੈ। ਸਿਰਫ ਤੇ ਸਿਰਫ ਮਨੁੱਖ ਹੈ ਜਿਹੜਾ ਆਪਣੇ ਧੁਰੇ ਨਾਲ, ਆਪਣੇ ਮੂਲ ਦੇ ਨਾਲ
ਆਪਣੇ ਮੁੱਢ ਦੇ ਨਾਲ ਨਹੀਂ ਜੁੜਦਾ ਹੈ, ਤਾਂ ਹੀ ਤੇ ਅਸੀਂ ਦੁਖੀ ਹਾਂ ਨਾ। ਆਪਣੇ ਮੁੱਢ ਦੇ ਨਾਲ, ਆਪਣੇ ਧੁਰੇ ਦੇ ਨਾਲ ਸਾਨੂੰ ਜੁੜੇ ਰਹਿਣਾ ਚਾਹੀਦਾ ਹੈ, ਮੁੱਢ ਦੇ ਨਾਲ। ਕੋਈ ਦਰਵੇਸ਼ ਸਨ ਰੱਬ ਦੇ ਪਿਆਰੇ, ਉਹਨਾਂ ਦੀ ਇੱਕ ਰਾਜੇ ਨਾਲ ਯਾਰੀ ਪੈ ਗਈ, ਮਿੱਤਰਤਾ ਹੋ ਜਾਂਦੀ ਕਦੇ ਕਦੇ। ਮਿੱਤਰਤਾ ਬਣੀ, ਰਾਜੇ ਨੇ ਕਿਹਾ ਮਹਾਰਾਜ ਅਖੇ ਆਇਓ ਕਦੇ ਮੇਰੇ ਮਹੱਲਾਂ 'ਚ। ਦਰਵੇਸ਼ ਕਹਿੰਦੇ ਜ਼ਰੂਰ ਆਵਾਂਗੇ। ਮੌਜ ਵਿੱਚ ਆਏ, ਚਲੇ ਗਏ। ਰਾਜੇ ਨੇ ਮਹੱਲਾਂ ਦੇ ਦੀਦਾਰ ਕਰਾਏ, ਸਹੂਲੀਅਤ ਭਰਿਆ ਆਪਣਾ ਜੀਵਨ ਦਿਖਾਇਆ। ਫਿਰ ਆਪਣੇ ਬਗੀਚੇ ਵਿੱਚ ਲੈ ਗਏ, ਬਾਗ ਵਿੱਚ ਲੈ ਗਏ। ਬੜਾ ਪੁਰਾਣਾ ਬਾਗ ਸੀ, ਉੱਥੇ ਲੈ ਕੇ ਗਏ। ਇਹ ਜੀ ਫਲਾਣਾ ਰੁੱਖ ਹੈ, ਇਹ ਜੀ ਫਲਾਣਾ ਫਲ ਹੈ, ਇਹ ਜੀ ਫਲਾਣਾ ਫੁੱਲ ਹੈ। ਬੜੀਆਂ ਖੂਬੀਆਂ ਦਸੀਆਂ। ਬਾਗ ਦੇ ਵਿਚਾਲੇ ਜੇ ਇੱਕ ਬ੍ਰਿਸ਼ ਸੀਗਾ ਜਿਹਦਾ ਕੱਦ ਕਾਠ ਵੱਧ ਤੋਂ ਵੱਧ 2, 2.5, 3 ਫੁੱਟ ਹੋਵੇ, ਇਸ ਤੋਂ ਜ਼ਿਆਦਾ ਨਾ। ਉਸ ਵੇਲੇ ਦਰਵੇਸ਼ ਨੂੰ, ਰੱਬ ਦੇ ਪਿਆਰੇ ਨੂੰ, ਮਹਾਤਮਾ ਨੂੰ ਰਾਜੇ ਨੇ ਆਖਿਆ ਕਿ ਮਹਾਰਾਜ ਦੱਸੋ ਇਸ ਰੁੱਖ ਦੀ, ਦਰਖਤ ਦੀ ਕਿੰਨੀ ਕੁ ਉਮਰ ਹੋਵੇਗੀ। ਮਹਾਤਮਾ ਨੇ ਕਿਹਾ ਕਿ ਬਸ ਉਹ 2, 4, 6 ਮਹੀਨੇ, ਸਾਲ, ਇਸ ਤੋਂ ਵੱਧ ਕੀ ਮੈਂ ਕਹਾਂ। ਨਹੀਂ ਮਹਾਰਾਜ ਆਖੇ ਜ਼ਿਆਦੀ ਆ, ਹੋਰ ਕਿੰਨੀ ਹੋਵੇਗੀ? 2 ਸਾਲ, ਇਸ ਤੋਂ ਵੱਧ ਥੋੜਾ ਨਾ ਕਹਿ ਸਕਦੇ, ਹੁਣ ਪਲ ਜਾਂਦੇ ਰੁੱਖ ਇੰਨੇ ਕੁ ਸਮੇਂ ਵਿੱਚ। ਨਹੀਂ ਮਹਾਰਾਜ ਜ਼ਿਆਦੀ ਆ ਕਿ। ਮਹਾਤਮਾ ਕਹਿੰਦੇ ਨਹੀਂ ਮੈਂ ਨਹੀਂ ਇਸ ਤੋਂ ਵੱਧ ਕਹਿ ਸਕਦਾ, ਨਾ ਮੇਰਾ ਤਜਰਬਾ ਇਜਾਜ਼ਤ ਦਿੰਦਾ। ਉਸ ਵੇਲੇ ਬਾਦਸ਼ਾਹ ਨੇ ਮਾਲੀ ਨੂੰ ਬੁਲਾਇਆ ਤੇ ਕਹਿੰਦਾ ਵੀ ਭਾਈ ਤੂੰ ਦੱਸ ਇਹਦੀ ਕਿੰਨੀ ਉਮਰ ਹੈ। ਉਹ ਕਹਿੰਦਾ ਕਿ ਇਹਦੀ ਉਮਰ ਘੱਟੋ ਘੱਟ 100 ਸਾਲ ਹੈ। ਅਖੇ ਵੱਧ ਜਿੰਨੀ ਮਰਜ਼ੀ ਹੋਵੇ, ਘੱਟੋ ਘੱਟ 100 ਸਾਲ ਹੈ। ਮਹਾਤਮਾ ਦੰਗ ਰਹਿ ਗਏ ਜਾਣ ਕੇ, ਕਹਿਣ ਲੱਗੇ 100 ਸਾਲ ਉਮਰ, ਇੰਨਾ ਥੋੜਾ ਜਿਹਾ ਇਹਦਾ ਕੱਦ ਕਾਠ, ਵਧਿਆ ਫੁੱਲਿਆ ਕਿਉਂ ਨਹੀਂ ਏ। ਉਸ ਵੇਲੇ ਮਾਲੀ ਨੇ ਕਿਹਾ, ਕਹਿੰਦਾ ਵੀ ਇਹ ਜੋ ਬਾਦਸ਼ਾਹ ਤੁਹਾਡੇ ਕੋਲ ਖੜੇ ਨੇ, ਇਹ ਪੁਸ਼ਤੈਨੀ ਨਾਂ ਦਾ ਰਾਜ ਹੈ। ਪਿਓ ਦਾਦੇ ਪੜਦਾਦੇ ਤੋਂ ਇਹ ਬਾਦਸ਼ਾਹ ਹਨ ਤੇ ਅਸੀਂ ਪਿਓ ਦਾਦੇ ਪੜਦਾਦੇ ਤੋਂ ਇਹਨਾਂ ਦੇ ਮਾਲੀ ਹਾਂ। ਮੇਰੇ ਦਾਦਾ ਜੀ ਥੋੜਾ ਸਮਾਂ ਪਹਿਲਾਂ ਚੜ੍ਹਾਈ ਕੀਤੇ ਨੇ, ਉਹ ਵੀ ਮਾਲੀ ਸਨ। ਮੇਰੇ ਪਿਤਾ ਜੀ ਅਜੇ ਵੀ ਮੌਜੂਦ ਨੇ, ਬਜ਼ੁਰਗ ਨੇ ਬਹੁਤ, ਉਹ ਵੀ ਮਾਲੀ ਨੇ, ਮੈਂ ਵੀ ਮਾਲੀ, ਤੇ ਮੇਰਾ ਬੱਚਾ ਵੀ ਨਾਲ ਮੇਰੀ ਹੈਲਪ ਕਰਦਾ, ਉਹ ਵੀ ਆਉਣ ਵਾਲਾ ਮਾਲੀ ਆ। ਇਹ ਪੁਸ਼ਤਾਂ ਤੋਂ ਰਾਜੇ ਨੇ, ਅਸੀਂ ਪੁਸ਼ਤਾਂ ਤੋਂ ਮਾਲੀ ਹਾਂ। ਔਰ ਇਹ ਰੁੱਖ ਜਿਹੜਾ ਹੈ, ਇਹ ਬ੍ਰਿਸ਼ ਜਿਹੜਾ ਹੈ, ਇਹ ਬਾਦਸ਼ਾਹ ਦੇ ਵੱਡਿਆਂ ਵਡੇਰਿਆਂ ਨੇ ਸ਼ੌਂਕ ਨਾਲ ਉਗਾਇਆ ਸੀ। ਔਰ ਸਾਡੇ ਜੋ ਵੱਡੇ ਵਡੇਰੇ ਨੇ ਮਾਲੀ, ਉਹ ਕੀ ਕਰਦੇ ਨੇ ਕਿ ਇਸ ਰੁੱਖ ਦੀਆਂ ਥੱਲੋਂ ਜੜ੍ਹਾਂ ਵੱਢਦੇ ਰਹਿੰਦੇ ਨੇ, ਜੜ੍ਹਾਂ ਕੱਟਦੇ ਰਹਿੰਦੇ ਨੇ। ਮਰਦਾ ਤੇ ਨਹੀਂ ਇਹ ਰੁੱਖ, ਪਰ ਇਹ ਵੱਧਦਾ ਵੀ ਨਹੀਂ, ਇਹ ਖਾਲੀ ਸੋ ਸ਼ੌਂਕ ਦੇ ਤੌਰ ਤੇ ਇਸ ਰੁੱਖ ਨੂੰ ਪਾਲਿਆ ਹੋਇਆ ਹੈ। ਹੋਰ ਇਹਦੇ ਤੋਂ ਅਸੀਂ ਕੋਈ ਕੰਮ ਨਹੀਂ ਲੈਂਦੇ। ਸਿਰਫ ਇੱਕੋ ਹੀ ਕਾਰਨ ਹੈ ਕਿ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਅਸੀਂ ਵੱਢਦੇ ਰਹਿੰਦੇ ਹਾਂ। ਸਾਧ ਸੰਗਤ ਜੀ, ਗਮਲਿਆਂ ਦੇ ਵਿੱਚ ਉੱਗੇ ਹੋਏ ਰੁੱਖਾਂ ਦੇ ਥੱਲੇ ਕਦੀ ਮੰਜੇ ਨਹੀਂ ਡਹਿੰਦੇ, ਕਦੀ ਸੱਥ ਨਹੀਂ ਬਹਿੰਦੇ। ਸੱਚਾਈ ਹੈ, ਸੱਥ ਉਹਨਾਂ ਰੁੱਖਾਂ ਦੇ ਥੱਲੇ ਬਹਿੰਦੇ ਨੇ ਜਿਨ੍ਹਾਂ ਰੁੱਖਾਂ ਦੀਆਂ ਜੜ੍ਹਾਂ ਨੀਵੀਆਂ ਹੋਣ। ਜਿਵੇਂ ਬੋੜ ਹੈ, ਬੱਟ ਕਹਿੰਦੇ ਨੇ ਹਿੰਦੀ ਵਿੱਚ ਉਹਨੂੰ, ਬੋੜ ਨੂੰ। ਬੋੜ ਦੀਆਂ ਜੜ੍ਹਾਂ ਮਰਲਿਆਂ ਤੱਕ ਫੈਲੀਆਂ ਹੁੰਦੀਆਂ ਨੇ, ਮਰਲਿਆਂ ਤੱਕ, ਬੜੀ ਦੂਰ ਤੱਕ ਉਹਦੀਆਂ ਜੜ੍ਹਾਂ ਫੈਲੀਆਂ ਹੁੰਦੀਆਂ ਨੇ, ਤਾਂ ਹੀ ਉਹ ਮਰਦਾ ਨਹੀਂ। ਜਿੰਨਾ ਰੁੱਖ ਨੇ ਉੱਪਰ ਜਾਣਾ, ਜ਼ਰੂਰੀ ਉਹਦੀਆਂ ਜੜ੍ਹਾਂ ਵੀ ਓਨੀਆਂ ਨੀਵੀਆਂ ਹੋਣ। ਪਹਿਲਾਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਆਵੇ ਛਾਓ। ਛਾਂ ਉੱਪਰ ਤਾਂ ਆਵੇਗੀ ਜੇ ਉਹਦੀਆਂ ਜੜ੍ਹਾਂ ਥੱਲੇ ਜਾਣਗੀਆਂ। ਜੇ ਜੜ੍ਹਾਂ ਉਹਦੀਆਂ ਨੀਵੀਆਂ ਨਹੀਂ, ਡੂੰਘੀਆਂ ਨਹੀਂ, ਤੇ ਰੁੱਖ ਦਾ ਕਦੀ ਵਾਧਾ ਨਹੀਂ ਹੋ ਸਕਦਾ, ਭਾਵੇਂ ਜੋ ਮਰਜ਼ੀ ਹੋ ਜਾਵੇ। ਤਾਂ ਹੀ ਗਮਲਿਆਂ ਦੇ ਵਿੱਚ ਉਗਾਏ ਹੋਏ ਰੁੱਖਾਂ ਦੇ ਥੱਲੇ ਕਦੀ ਸੱਥ ਨਹੀਂ ਬਹਿੰਦੇ, ਮੰਜੇ ਨਹੀਂ ਡਹਿੰਦੇ ਹਨ। ਇਸੇ ਪ੍ਰਕਾਰ ਜੜ੍ਹਾਂ ਉਹਦੀਆਂ ਡੂੰਘੀਆਂ ਨਹੀਂ ਹਨ। ਤੋ ਸਾਧ ਸੰਗਤ ਜੀ, ਜੇ ਜ਼ਿੰਦਗੀ ਵਿੱਚ ਅਸੀਂ ਕਿਸੇ ਨੂੰ ਕੁਝ ਦੇਣਾ ਚਾਹੁੰਦੇ ਹਾਂ ਕਿ ਸਾਡੇ ਤੋਂ ਕੋਈ ਲਾਹਾ ਲਵੇ, ਸਾਨੂੰ ਆਪਣੀ ਜੜ੍ਹ ਦੇ ਨਾਲ, ਆਪਣੇ ਮੁੱਢ ਦੇ ਨਾਲ ਉਹਨਾਂ ਗਹਿਰਾਈ ਤੋਂ ਜੁੜਨਾ ਪੈਣਾ ਹੈ। ਫੇਰ ਹੀ ਜਾ ਕੇ ਗੱਲ ਬਣੇਗੀ, ਫੇਰ ਹੀ ਜਾ ਕੇ ਖੇਡ ਬਣੇਗੀ।
ਤੋ ਜਿੰਨਾ ਚਿਰ ਤੱਕ ਅਸੀਂ ਆਪਣੀ ਮੁੱਢ ਦੇ ਨਾਲ, ਜੜ ਦੇ ਨਾਲ ਨਹੀਂ ਜੁੜਦੇ, ਮੂਲ ਦੇ ਨਾਲ, ਧੁਰੇ ਦੇ ਨਾਲ ਨਹੀਂ ਜੁੜਦੇ, ਉਦੋਂ ਦਾ ਗੱਲ ਨਹੀਂ ਬਣਨੀ। ਮਹਾਰਾਜ ਨੇ ਕਿਹਾ, ਰੇ ਮਨ ਮੇਰੇ ਤੂੰ ਹਰ ਸਿਉ ਜੋਰ, ਕਾਜ ਤੁਆਰੈ ਨਾਹੀ ਹੋਰ। ਤੋ ਅੱਜ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਰ ਜੇਠ ਜੁੜਨ ਦਾ ਲੋੜੀ ਹੈ। ਹਾਂ ਭਾਈ, ਉਹ ਮਾਲਕ ਜੋ ਹੈ ਨਾ, ਉਹ ਬਹੁਤ ਵੱਡਾ ਹੈ, ਜੇਠਾ ਹੈ, ਵੱਡਾ ਹੈ, ਉਹਦੇ ਨਾਲ ਜੁੜਨ ਦਾ ਲੋੜ ਹੀ ਹੈ, ਜੁੜ ਜਾਣਾ ਚਾਹੀਏ ਉਹਦੇ ਨਾਲ। ਜਿਸ ਮਾਲਕ ਦੇ ਅੱਗੇ ਸਭ ਨਿਉਂਦੇ, ਸਭ ਝੁਕਦੇ ਨੇ, ਜੋ ਸਮਰੱਥ ਹੈ, ਸਭ ਤੋਂ ਵੱਡਾ, ਸਭ ਤੋਂ ਡਾਢਾ ਹੈ, ਉਸ ਮਾਲਕ ਦੇ ਨਾਲ ਜੁੜ ਜਾਣਾ ਚਾਹੀਏ ਭਾਈ। ਹਰ ਸੱਜਣ ਦਾਵਣ ਲੱਗਿਆ, ਕਿਸੈ ਨ ਦੇਈ ਬੰਨਾ। ਮਹਾਰਾਜ ਕਹਿੰਦੇ ਉਹ ਮਾਲਕ ਸੱਜਣ ਜੋ ਹੈ ਨਾ, ਉਹਦੇ ਦਾਮਨ ਪੱਲੇ ਦੇ ਨਾਲ ਲੱਗਿਆ, ਕਿਸੇ ਨਾ ਦੇਈ ਬੰਨ, ਉਹ ਕਿਸੇ ਨੂੰ ਬੰਨ ਕੇ ਨਹੀਂ ਦਿੰਦਾ। ਜੇ ਉਹਦੇ ਪੱਲੇ ਨਾਲ ਅਸੀਂ ਲੱਗ ਜਾਵਾਂਗੇ, ਉਹਦੇ ਨਾਲ ਜੁੜ ਜਾਵਾਂਗੇ ਨਾ, ਤੇ ਉਹ ਜਮਦੂਤ ਆਦਿਕ ਜਿਹੜੇ ਨੇ ਉਹਨਾਂ ਨੂੰ ਪਕੜਾਵੇਗਾ ਨਹੀਂ। ਜੇ ਉਹਦੇ ਚਰਨਾਂ ਦੀ ਸ਼ਰਨ ਦੇ ਨਾਲ ਜੁੜ ਜਾਵਾਂਗੇ ਤੇ ਜਮਦੂਤ ਜਿਹੜੇ ਨੇ ਸਾਨੂੰ ਬੰਨ ਕੇ ਨਹੀਂ ਲਿਜਾਣਗੇ। ਉਹ ਸਰਨਸੂਰ ਭਗਵਾਨ ਹੈ, ਜੋ ਉਹਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ, ਇੱਕ ਵਾਰੀ ਆ ਗਿਆ, ਦੁਨੀਆ ਦੀ ਕੋਈ ਤਾਕਤ ਉਹਦੇ ਨੇੜੇ ਨਹੀਂ ਜਾ ਸਕਦੀ। ਜਿਵੇਂ ਸਾਧ ਸੰਗਤ ਜੀ, ਗੁਰੂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਸਰਕਾਰ ਦੇ ਬਾਗੀ ਸਨ, ਆਕੀ ਸਨ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਵਾਂ ਦਿੱਤੀਆਂ। ਕੁਝ ਤਾਂ ਮਹਾਰਾਜ ਤੋਂ ਵਾਰੇ ਗਏ, ਕੁਝ ਕਿਰਤਕਣ ਹੋ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਸਾਧ ਸੰਗਤ ਜੀ ਬੀਬੀ ਕੌਲਾਂ ਜੀ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤਾ ਸੀਗਾ। ਜਿਨ੍ਹਾਂ ਨੂੰ ਸਜ਼ਾਏ ਮੌਤ ਹੋਈ ਸੀ, ਉਹਨਾਂ ਦਾ ਆਪਣਾ ਸਕਾ ਬਾਪ ਜਿਹੜਾ ਕਾਜੀ ਸੀ, ਸੋ ਉਹਨੇ ਫਤਵਾ ਸੁਣਾਇਆ ਹੋਇਆ ਸੀਗਾ ਵੀ ਇਹ ਕਾਫਰ ਦੇ ਕਲਾਮ ਪੜ੍ਹਦੀ ਅਖੇ ਸ਼ਰ੍ਹਾ ਦੇ ਉਲਟ ਜਾਂਦੀ ਹੈ, ਇਹਨੂੰ ਮਾਰ ਛੱਡੋ। ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜੀ ਨੇ ਕਿਹਾ ਸੀ ਵੀ ਹੁਣ ਭਾਵੇਂ ਇੱਥੇ ਹਿੰਦੁਸਤਾਨ ਦਾ ਬਾਦਸ਼ਾਹ ਵੀ ਆ ਜਾਏਗਾ ਨਾ ਚੜ੍ਹ ਕੇ, ਉਹ ਵੀ ਨਹੀਂ ਲੈ ਕੇ ਜਾ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਆਜ਼ਾਦੀ ਨਾਲ ਤੁਸੀਂ ਆਪਣਾ ਜੀਵਨ ਬਤੀਤ ਕਰੋ। ਸਦਾ ਲਈ ਉਹ ਮਹਾਰਾਜ ਦੀ ਗੋਦ ਵਿੱਚ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਾ ਗਏ। ਤੋ ਇਸੇ ਪ੍ਰਕਾਰ ਉਹ ਮਾਲਕ ਜਿਹੜਾ ਸਾਧ ਸੰਗਤ ਜੀ ਸ਼ਰਨਸ਼ੂਰ ਭਗਵਾਨ ਹੈ, ਜੋ ਉਹਦੇ ਸ਼ਰਨ ਵਿੱਚ ਆ ਜਾਂਦਾ ਹੈ, ਫਿਰ ਦੁਨੀਆ ਦੀ ਕੋਈ ਤਾਕਤ, ਜਮਦੂਤ, ਮੌਤ, ਦੁਸ਼ਮਣ ਇਤਿਆਦਿਕ ਜਿਹੜੇ ਨੇ ਉਹ ਪਰਮੇਸ਼ਰ ਦੇ ਪਿਆਰੇ ਦੇ ਨੇੜੇ ਨਹੀਂ ਆ ਸਕਦੇ ਹਨ। ਉਹ ਇੰਨਾ ਵੱਡਾ ਸਮਰੱਥ ਹੈ। ਮਹਾਰਾਜ ਕਹਿੰਦੇ ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਉਹ ਕਿਸੇ ਨੂੰ ਬੰਨ ਕੇ ਨਹੀਂ ਦਿੰਦਾ ਹੈ। ਜੇ ਉਹਦੇ ਚਰਨਾਂ ਦੀ ਸ਼ਰਨ ਵਿੱਚ ਕੋਈ ਆ ਜਾਵੇ ਤਾਂ ਫਿਰ ਕਿਸੇ ਦੀ ਹਿੰਮਤ ਨਹੀਂ ਹੈ ਕਿ ਉਹ ਸ਼ਰਨ ਵਿੱਚ ਆਏ ਹੋਏ ਗੁਰਮੁਖ ਨੂੰ ਕੋਈ ਬੰਨ ਕੇ ਲੈ ਜਾਵੇ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਮਹਾਰਾਜ ਕਹਿੰਦੇ ਪ੍ਰਭੂ ਦਾ ਨਾਮ ਜਿਹੜਾ ਹੈ ਨਾ, ਉਹ ਮਾਣਕਾਂ ਵਰਗਾ, ਮੋਤੀਆਂ ਵਰਗਾ ਹੈ, ਤੇ ਉਸ ਨਾਮ ਧਨ ਨੂੰ ਲੱਗੇ ਨਾਹੀ ਸੰਨ। ਸੰਨ ਜਿਵੇਂ ਜੋ ਸੰਨੀ ਉੱਪਰ ਚੋਰ, ਪਹਿਲਾਂ ਪੁਰਾਣੇ ਜ਼ਮਾਨਿਆਂ ਵਿੱਚ ਨਾ, ਜੇ ਕਿਸੇ ਦੇ ਘਰ ਵਿੱਚ ਬਹੁਤੇ ਦਮੜੇ ਇਤਿਆਦਿਕ ਹੁੰਦੇ ਸੀਗੇ ਤੇ ਚੋਰ ਸੰਨ ਲਾਉਂਦੇ ਹੁੰਦੇ ਸੀ। ਸੰਨ ਦਾ ਮਤਲਬ ਹੁੰਦਾ ਹੈ ਕਿ ਦੀਵਾਰ, ਕੰਧ ਇਤਿਆਦਿਕ ਦੇ ਵਿੱਚ ਪਾੜਾ ਪਾ ਦੇਣਾ। ਚੋਰਾਂ ਦੇ ਕੋਲ ਤਰੀਕੇ ਹੁੰਦੇ ਸਨ, ਔਜ਼ਾਰ ਹੁੰਦੇ ਸਨ, ਉਹ ਕੰਧ ਨੂੰ ਪਾੜ ਲੈਂਦੇ ਸਨ। ਕਦੀ ਸੰਨ ਦਾ ਨਮੂਨਾ ਵੇਖਣਾ ਹੋਵੇ ਤੇ ਅੰਮ੍ਰਿਤਸਰ ਸਾਹਿਬ ਮਾਝੇ ਦੀ ਧਰਤੀ ਤੇ ਗੁਰਦੁਆਰਾ ਸੰਨ ਸਾਹਿਬ ਸੁਸ਼ੋਭਤ ਹੈ। ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਸੰਨ ਲਾਈ ਸੀਗੀ। ਜਦੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਪ੍ਰਗਟ ਕਰਨਾ ਸੀ, ਉਸ ਵੇਲੇ ਸੰਨ ਲਾਈ ਸੀ। ਤੇ ਮਾਨ ਨੇ ਕਿਹਾ ਸੀਗਾ ਵੀ ਜਿਹੜਾ ਇਹ ਸੰਨ ਦੇ ਵਿੱਚੋਂ ਦੇ ਨਿਕਲੇਗਾ, ਉਹਨੂੰ ਫਿਰ ਜਮਦੂਤਾਂ ਦੇ ਰਾਹ ਚੋਂ ਨਹੀਂ ਨਿਕਲਣਾ ਪਵੇਗਾ। ਉਹ ਗੁਰਦੁਆਰਾ ਸੰਨ ਸਾਹਿਬ, ਸੋ ਬੜੀ ਪੂਰੀ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਉਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈ। ਸਿੱਖ ਸਿਦਕ ਦੇ ਸਹਿਤ ਉੱਥੇ ਜਾਂਦੇ ਨੇ। ਤੁਸੀਂ ਸੰਨ ਦਾ ਨਮੂਨਾ ਵੇਖਣਾ ਹੋਵੇ ਤੇ ਵੇਖ ਸਕਦੇ ਆ। ਇੱਕ ਸੰਨ ਦੀਵਾਰ ਦੇ ਵਿੱਚ ਲੱਗਦੀ ਸੀ, ਇੱਕ ਸੰਨ ਜਿਹੜੀ ਸੀ ਛੱਤ ਦੇ ਉੱਪਰ ਵੀ ਲੱਗਦੀ ਹੁੰਦੀ ਸੀ। ਛੱਤਾਂ ਕੋਈ ਬਹੁਤੀਆਂ ਮਜ਼ਬੂਤ ਨਹੀਂ ਸਨ ਹੁੰਦੀਆਂ, ਤੇ ਚੋਰ ਇਤਿਆਦਿਕ ਉਹ ਕੰਧ ਉੱਪਰ ਚੜ੍ਹ ਜਾਂਦੇ ਸਨ। ਕਿਵੇਂ ਚੜ੍ਹਦੇ ਸਨ? ਪ੍ਰਕਿਰਤੀ ਦੀ ਗੋਦ ਵਿੱਚ ਇੱਕ ਜਾਨਵਰ ਹੈ ਸਾਧ ਸੰਗਤ ਜੀ, ਉਹਨੂੰ ਕਹਿੰਦੇ ਨੇ ਦਮੂਹੀ। ਇਹ ਸੱਪ ਦੀ ਇੱਕ ਕਿਸਮ ਹੁੰਦੀ ਹੈ, ਸ਼ਾਇਦ ਤੁਸੀਂ ਪਹਿਲੀ ਵਾਰੀ ਸੁਣ ਰਹੇ ਹੋਵੋ। ਖੇਤਾਂ 'ਚ ਕੰਮ ਕਰਨ ਵਾਲੇ ਲੋਕਾਂ ਨੇ ਅਕਸਰ ਵੇਖੀ ਹੋਵੇਗੀ। ਦਾਸ ਨੇ ਬਚਪਨ ਵਿੱਚ ਬਹੁਤ ਇਹ ਦਮੂਹੀਆਂ ਦੇਖੀਆਂ ਬਾਹਰ ਖੇਤਾਂ ਵਿੱਚ।
ਇਹ ਦੋ ਮੂੰਹਾਂ ਵਾਲੀ ਹੁੰਦੀ ਹੈ ਦਮੂਹੀ, ਤਾਂ ਇਹਨੂੰ ਦਮੂਹੀ ਕਹਿੰਦੇ ਨੇ। ਦੋਨੇ ਪਾਸੇ ਇਹਦੇ ਮੂੰਹ ਹੁੰਦਾ ਤੇ ਡੰਗਦੀ ਵੀ ਆਏ। ਇਹ ਦਮੂਹੀ ਦੇ ਵਿੱਚ ਇੱਕ ਖੂਬੀ ਹੁੰਦੀ ਹੈ। ਦਮੂਹੀ ਹੋ ਗਈ, ਕੱਛੂ ਕੰਮਾ ਹੋ ਗਿਆ, ਸੱਪ ਹੋ ਗਿਆ, ਕੋਈ ਵਿਸ਼ਵਾਸ ਨਹੀਂ ਕਰ ਸਕਦਾ। ਇਹਨਾਂ ਦੀ ਪਕੜ ਇੰਨੀ ਜ਼ਿਆਦਾ ਮਜ਼ਬੂਤ ਹੁੰਦੀ ਹੈ, ਮਨੁੱਖ ਵਿਸ਼ਵਾਸ ਨਹੀਂ ਕਰ ਸਕਦਾ। ਇਹ ਦਮੂਹੀ ਦੇ ਨਾਲ ਜੰਜੀਰ, ਰੱਸੀ ਤੇ ਆਦਿਕ ਲੋਕ ਬੰਨ੍ਹ ਕੇ ਇਹਨੂੰ ਛੱਤ ਉੱਪਰ ਲਟਕਾ ਦਿੰਦੇ ਸਨ। ਔਰ ਇਸੇ ਪ੍ਰਕਾਰ ਸਿੱਧੀ ਛੱਤ ਹੋਵੇ ਤੇ ਦਮੂਹੀ ਨੇ ਪਕੜਿਆ ਹੋਵੇ ਦੀਵਾਰ ਨੂੰ, ਛੱਤ ਨੂੰ, ਆਦਮੀ ਲਟਕ ਕੇ ਜਿੰਨਾ ਮਰਜ਼ੀ ਉਹਦੇ ਨਾਲ ਝੂਟੇ ਲੈਂਦਾ ਰਹੇ, ਕਦੀ ਡਗਮਗਾਉਂਦਾ ਨਹੀਂ ਸੀਗਾ। ਇਹਨਾਂ ਜਾਨਵਰਾਂ ਦੇ ਵਿੱਚ ਇੰਨੀ ਜ਼ਿਆਦਾ ਪਕੜ ਹੁੰਦੀ। ਆ ਜਿਹੜੀ ਛਿਪਕਲੀ ਹੈ, ਕੋੜ ਕਿਰਲੀ, ਇਹਦੇ ਸਰੀਰ ਵਿੱਚ ਵੀ ਬਹੁਤ ਜ਼ਿਆਦਾ ਪਕੜ ਹੁੰਦੀ ਹੈ। ਸੋ ਬਾਈ ਚਾਂਸ ਹੀ ਇਹ ਡਿੱਗੇ ਤੇ ਡਿੱਗੇ, ਵੈਸੇ ਇਹ ਨਹੀਂ ਡਿੱਗਦੀ ਹੈ। ਕੀੜੀ ਜੋ ਹੈ ਇਹਦੇ ਸਰੀਰ ਵਿੱਚ ਵੀ ਪਕੜ ਹੁੰਦੀ ਹੈ, ਆਪਣੇ ਵਜ਼ਨ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਨਾ ਮਾਤਰਾ ਵਿੱਚ ਕੀੜੀਆਂ ਜੋ ਹਨ ਉਹ ਡਿੱਗਦੀਆਂ ਨੇ। ਸੱਪ ਦੇ ਸਰੀਰ ਵਿੱਚ ਵੀ ਇੰਨੀ ਪਕੜ ਹੁੰਦੀ ਹੈ ਕਿ ਮਨੁੱਖ ਛੇਤੀ ਕਿਤੇ ਵਿਸ਼ਵਾਸ ਨਹੀਂ ਕਰ ਸਕਦਾ। ਤੋ ਇਸੇ ਪ੍ਰਕਾਰ ਇਸ ਦਮੂਹੀ ਦੇ ਰਾਹੀਂ ਲੋਕ ਛੱਤਾਂ ਦੇ ਉੱਪਰ ਚੜ੍ਹ ਜਾਂਦੇ ਸਨ ਤੇ ਛੱਤਾਂ ਦੇ ਉੱਪਰ ਚੜ੍ਹ ਕੇ ਫਿਰ ਉਹ ਸੰਨ ਲਾਉਂਦੇ ਸਨ, ਦੀਵਾਰ ਨੂੰ, ਛੱਤ ਨੂੰ ਉੱਪਰੋਂ ਪਾੜ ਕੇ ਤੇ ਫਿਰ ਅੰਦਰ ਚੋਰੀ ਕਰਦੇ ਸਨ। ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਸੋ ਸਿੱਖ ਹੋਏ ਨੇ ਸਾਧ ਸੰਗਤ ਜੀ, ਭਾਈ ਸੰਮਨ ਤੇ ਭਾਈ ਮੂਸਨ ਜੀ ਸਾਹਿਬ। ਇਹਨਾਂ ਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੇਵਾ ਕਰਨੀ ਚਾਹੀ ਸੀ। ਘਰ ਵਿੱਚ ਦਮੜੇ ਨਹੀਂ ਸਨ ਤੇ ਇਹ ਸ਼ਾਹੂਕਾਰ ਦੇ ਨੌਕਰ ਸਨ। ਇਹਨਾਂ ਨੇ ਸੰਨ ਲਾ ਕੇ ਚੋਰੀ ਕਰ ਲਈ। ਜਿੰਨੇ ਕੁ ਦਮੜੇ ਚਾਹੀਦੇ ਸੀਗੇ ਲੰਗਰ ਦੇ ਵਾਸਤੇ ਉਹਨੇ ਚਰਾਏ, ਬਾਕੀ ਉੱਥੇ ਰੱਖ ਦਿੱਤੇ। ਇਹਨਾਂ ਨੇ ਵੀ ਸੰਨ ਲਾਈ ਸੀ ਸਾਧ ਸੰਗਤ ਜੀ, ਪਰ ਉਹ ਖੁਸ਼ੀ ਵਿੱਚ ਇਹਨਾਂ ਦਾ ਸਰੀਰ ਮੋਟਾ ਹੋ ਗਿਆ ਸੀ। ਖੁਸ਼ੀ ਵਿੱਚ ਆਦਮੀ ਫੁੱਲਦਾ ਹੈ, ਇਹ ਬੜੀ ਵੱਡੀ ਸੱਚਾਈ ਹੈ। ਆਦਮੀ ਜਿਵੇਂ ਕਹਿੰਦੇ ਫੁੱਲੇ ਨਾ ਸਮਾਉਣਾ ਆਖੇ, ਇਸ ਪ੍ਰਕਾਰ ਇਹਨਾਂ ਦਾ ਸਰੀਰ ਖੁਸ਼ੀ ਵਿੱਚ ਫੁੱਲ ਗਿਆ ਸੀ। ਉਹ ਸੰਨ ਵਿੱਚੋਂ ਬਾਹਰ ਨਾ ਆ ਪਾਉਣ ਤੇ ਉਸ ਵੇਲੇ ਫਿਰ ਬਾਪ ਨੇ ਸੋਚਿਆ ਕਿ ਜੇ ਹੁਣ ਪਤਾ ਲੱਗ ਗਿਆ ਲੋਕਾਂ ਨੂੰ, ਲੋਕਾਂ ਨੇ ਕਹਿਣਾ ਆਖੇ ਸਿੱਖ ਚੋਰ ਹੁੰਦੇ ਆ, ਸਿਰ ਵੱਢ ਕੇ ਲੈ ਗਿਆ ਆਪਣੇ ਬੱਚੇ ਦਾ, ਵੀ ਪਛਾਣ ਨਾ ਹੋ ਜਾਵੇ, ਧੜ ਦੇ ਨਾਲ ਕੋਈ ਪਛਾਣ ਨਹੀਂ ਹੋਵੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸੀਗਾ, ਪੁਰਖਾ ਤੇਰਾ ਬੱਚਾ ਨਹੀਂ ਦਿਖਦਾ, ਕਿੱਥੇ ਆ? ਮਹਾਰਾਜ ਅੰਦਰ ਸੁੱਤਾ ਹੋਇਆ ਹੈ, ਮਰਿਆ, ਸਿਰ ਵੱਢ ਕੇ ਰੱਖਿਆ ਹੋਇਆ ਕਿ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਪ੍ਰਸ਼ਾਦਾ ਛਕਾਉਣਾ, ਫਿਰ ਮੈਂ ਜਾ ਕੇ ਸੰਸਕਾਰ ਕਰ ਲਾਂਗਾ। ਮਹਾਰਾਜ ਕਹਿੰਦੇ ਆਇਆ ਕਿਉਂ ਨਹੀਂ? ਕਿਹੜਾ ਸੁੱਤਾ ਹੋਇਆ, ਜਗਾ ਉਹਨੂੰ। ਤੀਸਰੀ ਵਾਰੀ ਬਚਨ ਕੀਤਾ, ਆਪ ਹੀ ਆਵਾਜ਼ ਦੇਤੀ ਮਹਾਰਾਜ ਨੇ ਵੀ ਆ ਜਾ, ਹੁਣ ਸੁੱਤਾ ਹੀ ਰਹਿਣਾ ਤੂੰ। ਸਾਧ ਸੰਗਤ ਜੀ ਤੁਰਿਆ ਆਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਢਹਿ ਪਿਆ। ਇਸ ਪ੍ਰਕਾਰ ਉਦਾਹਰਨ ਮਾਤਰ ਦੱਸਿਆ ਕਿ ਇਹ ਲੋਕ ਸੰਨ ਲਾ ਲੈਂਦੇ ਸਨ, ਦੀਵਾਰ ਵਿੱਚ ਵੀ ਸੰਨ ਲਾਉਂਦੇ ਸਨ ਤੇ ਛੱਤ ਉੱਪਰ ਵੀ ਸੰਨ ਲਾ ਲੈਂਦੇ ਸਨ। ਕਹਿਣ ਤੋਂ ਭਾਵ ਹੈ ਚੋਰੀ ਕਰਨੀ। ਮਹਾਰਾਜ ਕਹਿੰਦੇ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਜੋ ਪ੍ਰਭੂ ਦਾ ਨਾਮ ਹੈ ਨਾ, ਮਾਣਕਾਂ ਵਰਗਾ, ਮੋਤੀਆਂ ਵਰਗਾ, ਤੇ ਇਸ ਨਾਮ ਤੁਹਾਨੂੰ ਸੰਨ ਨਹੀਂ ਲੱਗਦੀ ਹੈ। ਨਾ ਉਹ ਚੱਕਾ ਲੈ ਜਾਏ, ਚੋਰ ਚੱਕੇ ਜਿਹੜੇ ਨੇ ਇਸ ਧਨ ਨੂੰ ਚੁਰਾ ਨਹੀਂ ਸਕਦੇ। ਇਹ ਧਨ ਕਦੀ ਚੁਰਾਇਆ ਨਹੀਂ ਜਾ ਸਕਦਾ ਹੈ। ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਮਹਾਰਾਜ ਕਹਿੰਦੇ ਇਸ ਪ੍ਰਕਾਰ ਜਿਤਨੇ ਵੀ ਰੰਗ ਚੋਜ ਨੇ, ਕੌਤਕ ਨੇ, ਇਹ ਨਾਰਾਇਣ ਵਾਹਿਗੁਰੂ ਜੀ ਦੀ ਹਨ। ਜਿੰਨੇ ਉਹਦੇ ਮਨ ਨੂੰ ਭਾਉਂਦੇ ਹਨ ਉਹ ਤਿੰਨੇ ਹੀ ਚੋਜ ਕੌਤਕ ਕਰਦਾ ਹੈ। ਉਹ ਬੜਾ ਚੋਜੀ ਹੈ। ਚੋਜੀ ਮੇਰਾ ਗੋਬਿੰਦ ਮੇਰਾ ਪਿਆਰਾ ਪ੍ਰੀਤਮ। ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ। ਮਹਾਰਾਜ ਕਹਿੰਦੇ ਮੇਰਾ ਮਾਲਕ ਜੋ ਲੋੜੇ, ਜੋ ਚਾਹੁੰਦਾ ਹੈ ਨਾ, ਸੋ ਕਰੇ, ਉਹੋ ਹੀ ਕਰਦਾ। ਔਰ ਸੋਈ ਜੀਅ ਕਰਨ, ਜੋ ਉਹ ਚਾਹੁੰਦਾ ਹੈ ਜੀਵ ਜੰਤੂ ਵੀ ਉਹੋ ਹੀ ਕਰਦੇ ਨੇ। ਅਸੀਂ ਪਰਤੰਤਰ ਹਾਂ, ਅਸੀਂ ਕੋਈ ਸਵੈਤੰਤਰ ਨਹੀਂ ਹਾਂ। ਅਸੀਂ ਚਾਹ ਕੇ ਕੁਝ ਵੀ ਨਹੀਂ ਕਰਦੇ। ਸਾਨੂੰ ਭੁਲੇਖਾ ਹੁੰਦਾ ਕਿ ਅਸੀਂ ਆਹ ਕੰਮ ਕਰ ਰਹੇ ਹਾਂ, ਇਸ ਤਰ੍ਹਾਂ ਹੈ। ਬਿਲਕੁਲ ਨਹੀਂ, ਇਹ ਸਾਡਾ ਭੁਲੇਖਾ ਹੈ। ਕਠਪੁਤਲੀਆਂ ਜਿਹੜੀਆਂ ਨੇ ਉਹ ਜਿੰਨੀਆਂ ਮਰਜ਼ੀ ਆਪਣੇ ਆਪ ਨੂੰ ਸਿਆਣੀਆਂ ਸਮਝਣ, ਉਹ ਕਠਪੁਤਲੀਆਂ ਹੀ ਹਨ। ਮਨੁੱਖ ਦੇ ਵਸ ਵਿੱਚ ਸਾਧ ਸੰਗਤ ਜੀ ਕੁਛ ਵੀ ਨਹੀਂ ਜੇ ਹੈਗਾ। ਦੁਹਾਈ ਰਾਮ ਕੀ, ਕੁਛ ਨਹੀਂ ਜੇ ਹੈਗਾ।
ਮਨ ਨੇ ਕਿ ਆਖਣ ਜ਼ੋਰ ਚੁੱਪੈ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਚੁੱਪ ਰਹਿ ਲੈਣਾ ਜ਼ੋਰ ਦੀ ਗੱਲ ਨਹੀਂ, ਆਖ ਲੈਣਾ ਜ਼ੋਰ ਦੀ, ਮਰਨਾ ਵੀ ਜ਼ੋਰ ਦੀ ਗੱਲ ਨਹੀਂ, ਜੀਣਾ ਵੀ ਜ਼ੋਰ ਦੀ ਗੱਲ ਨਹੀਂ, ਕੁਛ ਵੀ ਜ਼ੋਰ ਦੀ ਗੱਲ ਨਹੀਂ ਹੈਗੀ। ਇਹ ਤਾਂ ਪਰਮੇਸ਼ਰ ਵਾਹਿਗੁਰੂ ਜੋ ਸਾਨੂੰ ਪ੍ਰੇਰਦੇ ਨੇ, ਅਸੀਂ ਉਹੋ ਹੀ ਕਰਦੇ ਹਾਂ। ਪਤਾ ਨਹੀਂ ਕਿਹੜੇ ਵੇਲੇ ਸਾਡੇ ਮੂੰਹ 'ਚੋਂ ਨਿੱਕੀ ਜੀ ਗੱਲ ਨਿਕਲੀ ਨਹੀਂ। ਇੱਕ ਆਮ ਕਹਾਵਤ ਸੀ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹ 'ਚੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢਦੀ ਹਾਂ। ਛੋਟੀ ਜੀ ਗੱਲ ਨਿਕਲੀ ਨਹੀਂ, ਅਸੀਂ ਕਿੱਥੋਂ ਕਿੱਥੇ ਨਹੀਂ ਆਏ। ਤੇ ਛੋਟੀ ਜੀ ਗੱਲ ਮੂੰਹ 'ਚੋਂ ਨਿਕਲੀ ਨਹੀਂ, ਉਹੋ ਹੀ ਸਾਡੀ ਤਰੱਕੀ ਦਾ ਕਾਰਨ ਬਣਦੀ ਹੈ। ਤੋ ਬੋਲਣਾ ਜਿਹੜਾ ਹੈ ਇਹ ਵੀ ਸਾਡੇ ਆ, ਜਿਵੇਂ ਹੋਇਆ ਇਹਦਾ ਰਾਵਣ ਦਾ ਭਰਾ ਕੁੰਭਕਰਨ, ਇਹਦੇ ਘੜੇ ਵਰਗੇ ਕੰਨ ਸੀਗੇ ਤਾਂ ਇਹਨੂੰ ਕੁੰਭਕਰਨ ਕਹਿੰਦੇ ਸੀਗੇ। ਇਹਨੇ ਵਰ ਲੈਣਾ ਸੀਗਾ ਕਿ ਮੈਂ 6 ਮਹੀਨੇ ਤੋਂ ਜਾਗਾਂ ਤੇ ਇੱਕ ਦਿਨ ਸੌਵਾਂ। ਆਖੇ ਇਹਨੇ ਜਦੋਂ ਵਰ ਲੈਣ ਦੀ ਚੇਸ਼ਟਾ ਕੀਤੀ, ਦੇਵ ਪ੍ਰਗਟ ਹੋਏ, ਇਹਦੇ ਮੂੰਹ 'ਚੋਂ ਉਲਟਾ ਨਿਕਲ ਗਿਆ ਵੀ ਆਖੇ 6 ਮਹੀਨੇ ਸੌਵਾਂ ਤੇ ਇੱਕ ਦਿਨ ਜਾਗਾਂ। ਭਗਵਾਨ ਕਹਿੰਦੇ ਤਥਾਸਤੂ, ਆਖੇ ਇੱਦਾਂ ਹੀ ਹੋਵੇਗਾ, ਬਸ ਫਿਨਿਸ਼, ਖਤਮ। ਤੋ ਇਹ 6 ਮਹੀਨੇ ਸੁੱਤਾ ਹੀ ਰਹਿੰਦਾ ਸੀ। ਇਹ ਜੇ ਕਿਤੇ ਜਾਗਦਾ ਰਹਿੰਦਾ ਇਹਨੇ ਅੱਧੀ ਦੁਨੀਆ ਖਾ ਜਾਣੀ ਸੀ ਰਾਖਸ਼ ਨੇ। ਰੱਬ ਨੇ ਜੋ ਕੀਤਾ ਉਹ ਭਲਾ ਹੀ ਕੀਤਾ। ਤੋ ਇਸੇ ਪ੍ਰਕਾਰ 10ਵੇਂ ਪਾਤਸ਼ਾਹ ਮਾਨ ਨੇ ਰਾਮਾ ਅਵਤਾਰ 'ਚ ਲਿਖਿਆ ਹੋਇਆ ਕਿ ਜਦੋਂ ਰਾਮ ਗਏ ਨੇ ਇਹਨੂੰ ਰਾਵਣ ਨੂੰ ਮਾਰਨ ਵਾਸਤੇ, ਢੋਲ ਢੂਲ ਇਹਦੇ ਕੰਨਾਂ 'ਚ ਵੜ ਕੇ ਤੇ ਵਜਾਉਂਦੇ ਰਹੇ, ਜਗਾਉਂਦੇ ਰਹੇ ਇਹਨੂੰ, ਕੁੰਭਕਰਨ ਨੂੰ ਵੀ ਉੱਠ ਆਖੇ, ਲੁੱਟ ਚੱਲੀ ਲੰਕਾ ਆਖੇ, ਉੱਠ ਖੜਾ ਹੋ। ਫਿਰ ਇਹ ਉੱਠਿਆ। ਇਹ ਜੂਝਿਆ ਵੀ ਸੀਗਾ, ਬਹਾਦਰ ਵੀ ਸੀ ਇਹ ਕੁੰਭਕਰਨ ਜਿਹੜਾ ਸੀਗਾ। ਤੋ ਇਸੇ ਪ੍ਰਕਾਰ ਪਰਮੇਸ਼ਰ ਆਪ ਹੀ ਕੋਈ ਨਾ ਕੋਈ ਕੌਤਕ ਵਰਤਾਉਂਦੇ ਹਨ। ਉਹ ਸਭ ਮਾਲਕ ਦੀ ਰਜ਼ਾ ਹੁੰਦੀ ਹੈ। ਅਸੀਂ ਕਠਪੁਤਲੀਆਂ ਹਾਂ। ਉਹ ਜੋ ਸਾਡੇ ਕੋਲੋਂ ਚਾਹੁੰਦਾ ਅਸੀਂ ਉਹੋ ਹੀ ਕਰਾਉਂਦੇ ਹਾਂ। ਇਸ ਕਰਕੇ ਉਹਨੂੰ ਸਮਰਪਣ ਹੋ ਜਾਣਾ ਚਾਹੀਦਾ ਹੈ ਵੀ ਕੋਈ ਗੱਲ ਨਹੀਂ, ਤੇਰਾ ਜੋ ਚਿੱਤ ਕਰੂਗਾ ਤੂੰ ਕਰਾ ਲਈ। ਅਸੀਂ ਕੀ ਹਾਂ? ਕੁਛ ਵੀ ਨਹੀਂ। ਜੋ ਚਿੱਤ ਕਰੇਗਾ ਕਰਾ ਲਈ, ਜੋ ਚਿੱਤ ਕਰੇਗਾ ਕਹਾ ਲਈ। ਸਾਡੀ ਕੀ ਮਰਜ਼ੀ ਹੈ ਭਾਈ? ਸਾਡਾ ਸਰੀਰ ਇਹ ਤੂੰ ਵਰਤ ਲਈ ਮਹਾਰਾਜ, ਤੂੰ ਹੀ ਵਰਤਣਾ। ਸਾਡਾ ਤੇ ਇੱਕ ਬਹਾਨਾ ਹੀ ਹੈ ਮਹਾਰਾਜ। ਸਾਡਾ ਕੀ ਹੈ? ਜੇ ਭੀਖ ਮੰਗਾ, ਜੇ ਰਾਜ ਬਹਾਲੇ ਤਾਂ ਕਮਨ ਵਡਾਈ, ਜੇ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਜੇ ਰਾਜ ਤਖਤ ਤੇ ਬਹਾਲ ਦਵੇਂ ਤਾਂ ਕਿਹੜੀ ਵਡਿਆਈ ਹੋ ਗਈ। ਜੇ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ। ਜੇ ਭੀਖ ਵੀ ਮੰਗਾ ਦੇਵੇਂਗਾ ਤੇ ਸਾਡਾ ਕੀ ਘਟਨਾ ਹੈ ਮਹਾਰਾਜ? ਅਸੀਂ ਤੇ ਕਠਪੁਤਲੀਆਂ, ਜਿਵੇਂ ਤੈਨੂੰ ਭਾਉਂਦਾ ਹੈ ਤੂੰ ਉਵੇਂ ਹੀ ਕਰਨਾ। ਜਿਉਂ ਰਾਮ ਰਾਖਿਆ ਤਿਉਂ ਰਹੀਐ ਰੇ ਭਾਈ, ਹਰ ਕੀ ਮਹਿਮਾ ਕਿਛ ਕਹਿਣ ਨਾ ਜਾਈ। ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜੋ ਹਰ ਲੋੜੇ ਸੋ ਕਰੇ। ਵਾਹਿਗੁਰੂ ਜੋ ਲੋੜਦੇ ਚਾਹੁੰਦੇ ਹਨ ਉਹੋ ਹੀ ਕਰਦੇ ਹਨ, ਔਰ ਸੋਈ ਜੀਅ ਕਰਨ, ਉਹੋ ਹੀ ਜੀਵ ਕਰਦੇ ਹਨ। ਜੀਵ ਪਰਤੰਤਰ ਹਨ, ਗੁਲਾਮ ਹਨ, ਅਧੀਨ ਹਨ। ਜੋ ਮਾਲਕ ਚਾਹੁੰਦਾ ਹੈ ਉਹੋ ਹੀ ਹੁੰਦਾ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧੰਨ। ਮਹਾਰਾਜ ਕਹਿੰਦੇ ਜੋ ਪ੍ਰਭੂ ਨੇ ਆਪਣੇ ਕਰ ਲਏ ਨੇ, ਜਿਨ੍ਹਾਂ ਨੂੰ ਆਪਣੇ ਬਣਾ ਲਿਆ, ਸੇਈ ਕਹੀਐ ਧੰਨ। ਮਹਾਰਾਜ ਕਹਿੰਦੇ ਉਹ ਗੁਰਮੁਖ ਧੰਨ ਕਹੇ ਜਾਂਦੇ। ਧੰਨਤਾ ਦੇ ਯੋਗ ਨੇ, ਧੰਨ ਹਨ ਉਹ ਗੁਰਮੁਖ। ਕਈ ਵਾਰੀ ਸਾਧ ਸੰਗਤ ਜੀ ਕੋਈ ਰੱਬ ਦਾ ਪਿਆਰਾ ਬੰਦਗੀ ਵਾਲਾ ਹੋਵੇ ਤੇ ਉਹਨਾਂ ਦਾ ਨਾਮ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ, ਧੰਨ ਸ਼ਬਦ ਵੀ ਆਖਿਆ ਜਾਂਦਾ ਹੈ। ਤੇ ਕਈ ਤਰਕਵਾਦੀ ਜਿਹੜੇ ਸਰੀਰ ਨੇ ਉਹਨਾਂ ਦੀ ਬੜੀ ਭਰਮਾਰ, ਉਹ ਬੜਾ ਕਹਿਣਗੇ ਵੀ ਇਹ ਆਖੇ ਜੀ ਸਾਧਾਂ ਦੀਆਂ ਬਰਸੀਆਂ ਮਨਾਉਂਦੇ ਨੇ, ਸਾਧਾਂ ਨੂੰ ਚੇਤੇ ਕਰਦੇ ਨੇ। ਨਾ ਹੋਰ ਚੋਰਾਂ ਨੂੰ ਕਰੀਏ ਫਿਰ? ਜੇ ਸਾਧੂਆਂ ਦੀਆਂ ਬਰਸੀਆਂ ਨਹੀਂ ਮਨਾਉਣੀਆਂ, ਬੰਦਗੀ ਵਾਲਿਆਂ ਦੀਆਂ ਬਰਸੀਆਂ ਨਹੀਂ ਮਨਾਉਣੀਆਂ, ਤਾਂ ਚੋਰਾਂ ਦੀਆਂ ਮਨਾਇਆ ਕਰੀਏ। ਦੇਖੀਏ ਕਿੰਨੇ ਕਿੰਨੀ ਚੋਰੀ ਕੀਤੀ ਜ਼ਿੰਦਗੀ ਵਿੱਚ, ਕਿੰਨੇ ਉਹਨੇ ਡਾਕੇ ਮਾਰੇ, ਕਿੰਨੇ ਬੰਦੇ ਮਾਰੇ। ਵੇਖੀਏ ਇਤਿਹਾਸ, ਫਿਰ ਉਹਨਾਂ ਨੂੰ ਚੇਤੇ ਕਰਿਆ ਕਰੀਏ। ਤੋ ਇਸੇ ਪ੍ਰਕਾਰ ਐਸੇ ਜਿਹੜੇ ਤਰਕਵਾਦੀ ਲੋਕ ਨੇ, ਜਿੱਥੇ ਪਰਮੇਸ਼ਰ ਦੇ ਪਿਆਰਿਆਂ ਤੇ ਤਰਕਾ ਕਰਦੇ ਨੇ, ਉੱਥੇ ਪਰਮੇਸ਼ਰ ਤੇ ਵੀ ਤਰਕਾ ਕਰਦੇ। ਸਤਿਗੁਰਾਂ ਦੀ ਬਾਣੀ ਨੂੰ ਵੀ ਨਹੀਂ ਮੰਨਦੇ ਹਨ। ਹੋਰ ਤਾਂ ਹੋਰ ਕਿ ਆ ਵੀ ਬਾਣੀ ਨਹੀਂ ਅਖੇ। ਐਸੇ ਚੰਦਰੇ ਨੇ ਲੋਕ। ਮਹਾਰਾਜ ਦੇ ਘਰ ਦੀਆਂ ਪਰੰਪਰਾਵਾਂ, ਗੁਰੂ ਕੀਆਂ ਮਰਜ਼ਾਦਾਵਾਂ, ਅਖੇ ਜੀ ਆ ਕਿਉਂ ਹੁੰਦਾ ਹੈ, ਆ ਕਰਮ ਕਾਂਡ ਹੈ ਜੀ, ਇਹ ਹੈ ਜੀ, ਉਹ ਹੈ ਜੀ। ਇਸ ਪ੍ਰਕਾਰ ਮਹਾਰਾਜ ਜੀ ਬਚਾਵੇ ਇਹੋ ਜਿਹੇ ਤਰਕਵਾਦੀਆਂ ਤੋਂ, ਮੱਥੇ ਨਾ ਲੱਗਣ ਤੇ ਭਲਾ ਹੈ। ਤੋ ਇਸੇ ਪ੍ਰਕਾਰ
ਉਹ ਗੁਰਮੁਖ ਨਾਮ ਜਪਣ ਵਾਲਿਆਂ ਦਾ ਸਾਧ ਸੰਗਤ ਜੀ ਸਤਕਾਰ ਸੀ, ਸਤਕਾਰ ਹੈ, ਤੇ ਨਾਮ ਜਪਣ ਵਾਲਿਆਂ ਦਾ ਸਤਕਾਰ ਰਹੇਗਾ ਰਹਿੰਦੀ ਦੁਨੀਆ ਤੱਕ। ਕੋਈ ਦੁਨੀਆ ਦੀ ਤਾਕਤ ਨਾਮ ਜਪਣ ਵਾਲਿਆਂ ਦਾ ਸਤਕਾਰ ਨਹੀਂ ਘਟਾ ਸਕਦੀ। ਬਾਣੀ ਵਿੱਚ ਵਚਨ ਆਉਂਦਾ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਪਰਮੇਸ਼ਰ ਦੇ ਪਿਆਰਿਆਂ ਦੀ ਜੈ ਜੈਕਾਰ ਪਰਮੇਸ਼ਰ ਆਪ ਕਰਾਉਂਦੇ ਹਨ, ਵਾਹਿਗੁਰੂ ਆਪ ਕਰਾਉਂਦੇ ਹਨ। ਤੇ ਜਿਨ੍ਹਾਂ ਦੀ ਵਡਿਆਈ ਵਾਹਿਗੁਰੂ ਆਪ ਕਰਾ ਰਹੇ ਹੋਣ, ਉਹਨਾਂ ਦੀ ਵਡਿਆਈ ਕੋਈ ਕਿਵੇਂ ਘਟਾ ਸਕਦਾ ਹੈ? ਕੋਈ ਨਹੀਂ ਘਟਾ ਸਕਦਾ ਭਾਈ। ਰੱਬ ਦੇ ਬਰਾਬਰ ਕੋਈ ਦੂਸਰਾ ਰੱਬ ਹੋਵੇਗਾ ਤੇ ਉਹ ਪਰਮੇਸ਼ਰ ਦੇ ਪਿਆਰਿਆਂ ਦੀ ਵਡਿਆਈ ਘਟਾਵੇ ਤੇ ਗੱਲ ਬਣੇ, ਮਨੁੱਖ ਦੇ ਕੋਲੋਂ ਗੱਲ ਨਹੀਂ ਬਣਨੀ, ਤੇ ਬਣੀ ਵੀ ਨਹੀਂ ਅੱਜ ਤੱਕ। ਕਿੰਨੀ ਨਿੰਦਿਆ ਹੁੰਦੀ ਨਾਮ ਜਪਣ ਵਾਲਿਆਂ ਦੀ, ਕੀ ਕੋਈ ਸਨਮਾਨ, ਕੀ ਕੋਈ ਸਤਿਕਾਰ ਘਟਿਆ ਨਾਮ ਜਪਣ ਵਾਲਿਆਂ ਦਾ? ਕਦੇ ਨਹੀਂ ਘਟਿਆ, ਨਾ ਕਦੇ ਘਟ ਸਕਦਾ। ਨਾਮ ਜਪਣ ਵਾਲੇ ਲੋਕ ਸਗੋਂ ਅੱਗੇ ਘੱਟ ਚੇਤੇ ਕਰਦੇ ਸੀ, ਅੱਜ ਕੱਲ੍ਹ ਤਰਕਾਂ ਕੁਤਰਕਾਂ ਜ਼ਿਆਦੀਆਂ, ਹੁਣ ਸਗੋਂ ਜ਼ਿਆਦਾ ਹੀ ਚੇਤੇ ਕਰਦੇ ਨੇ। ਜਿਹਨੇ ਨਹੀਂ ਵੀ ਚੇਤੇ ਕਰਨਾ ਉਹ ਵੀ ਕਰਦਾ ਹੈ। ਤੋ ਇਸੇ ਪ੍ਰਕਾਰ ਨਾਮ ਕੀ ਨਾਮਨਾ ਸਪਤ ਦੀਪਾ, ਜਿਹੜੀ ਨਾਮ ਦੀ ਨਾਮਨਾ ਹੈ, ਨਾਮ ਦੀ ਮਸ਼ਹੂਰੀ, ਨਾਮ ਦੀ ਮਾਨਤਾ ਹੈ, ਉਹ 7 ਦੀਪਾਂ ਵਿੱਚ ਹੈ। ਪੂਰੇ ਜਹਾਨ ਵਿੱਚ ਨਾਮ ਦੀ ਮਹਿਮਾ ਹੈ। ਤੋ ਨਾਮ ਜਪਣ ਵਾਲਿਆਂ ਨੂੰ ਕੋਈ ਛੁਪਾ ਨਹੀਂ ਸਕਦਾ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹਨੂੰ ਕੋਈ ਨਹੀਂ ਛੁਪਾ ਸਕਦਾ। ਉਹ ਛਪਦੇ ਨਹੀਂ ਹਨ, ਉਹ ਤਾਂ ਪ੍ਰਗਟ ਹੁੰਦੇ। ਰਤਾਂ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ। ਤੋ ਮਹਾਰਾਜ ਕਹਿੰਦੇ, ਜੋ ਪ੍ਰਭ ਕੀਤੇ ਆਪਣੇ ਸੇ ਕਹੀ ਇਹ ਧਨ, ਉਹ ਧਨ ਕਹੇ ਜਾਂਦੇ। 1 2 ਨਹੀਂ 3 ਵਾਰੀ ਧਨ ਕਹੇ ਜਾਂਦੇ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜੀ ਧਨ ਜੀ ਧਨ ਜੀ ਧਨ ਹੈ ਉਹਦਾ ਗੁਰਮੁਖ ਦਾ ਆਉਣਾ, ਜਿਹਦੀ ਕਿਰਪਾ ਦੇ ਨਾਲ ਸਾਰਾ ਜਗਤ ਤਰਦਾ। ਧਨਤਾ ਦੇ ਜੋਗ ਹਨ, ਧਨ ਹਨ ਉਹ ਪਰਮੇਸ਼ਰ ਦੇ ਪਿਆਰੇ। ਆਪਣ ਲੀਆ ਜੇ ਮਿਲੈ, ਵਿਛੜ ਕਿਉ ਰੋਵਨ। ਮਾਰੇ ਕਹਿੰਦੇ, ਜੇ ਆਪਣਾ ਲਿਆ ਹੋਇਆ ਪਰਮੇਸ਼ਰ ਦਾ ਨਾਮ ਜਾਂ ਪਰਮੇਸ਼ਰ ਵਾਹਿਗੁਰੂ ਮਿਲਦਾ ਹੋਵੇ ਕਿਸੇ ਨੂੰ, ਤਾਂ ਵਿਛੜ ਕਿਉਂ ਰੋਵਨ। ਜੀਵ ਜੰਤੂ ਮਹਾਰਾਜ ਤੋਂ, ਪਰਮੇਸ਼ਰ ਤੋਂ ਵਿਛੜ ਕੇ ਕਿਉਂ ਰੋਣ? ਕਿਉਂ ਰੋਣ ਭਲਾ? ਆਪਨ ਲਈਆ ਜੇ ਮਿਲਿਆ ਤਾਂ ਸਭ ਕੋ ਭਾਗਟ ਹੋਏ, ਕਰਮਾਂ ਉੱਪਰ ਨਿਬੜਿਆ ਜੇ ਲੋਚੈ ਸਭ ਕੋਏ। ਜੇ ਆਪਣਾ ਲਿਆ ਹੋਇਆ ਰੱਬ ਮਿਲਦਾ ਹੋਵੇ ਤੇ ਸਭ ਕੋਈ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਬ੍ਰਹਮ ਗਿਆਨੀ ਹੋ ਜਾਵੇ ਭਲਾ। ਆਪਣਾ ਲਿਆ ਹੋਇਆ ਕੁਝ ਵੀ ਨਹੀਂ ਮਿਲਦਾ। ਇਹ ਤਾਂ ਮਾਲਕ ਜੇ ਕਿਰਪਾ ਕਰ ਦਵੇ, ਆਪਣੇ ਪਿਆਰਿਆਂ ਦੀ ਸੰਗਤ ਬਖਸ਼ ਕੇ ਆਪਣੇ ਨਾਲ ਮੇਲ ਦੇਵੇ ਤੇ ਮੇਲ ਦੇਵੇ, ਉਹਦਾ ਪਰਮੇਸ਼ਰ ਦੇ ਨਾਲ, ਸਿਰਜਣਹਾਰ ਵਾਹਿਗੁਰੂ ਦੇ ਨਾਲ ਆਪੂ ਨਹੀਂ ਮਿਲਿਆ ਜਾ ਸਕਦਾ, ਯਤਨਾਂ ਦੇ ਨਾਲ ਨਹੀਂ ਮਿਲਿਆ ਜਾ ਸਕਦਾ। ਸਭ ਜੀਵ ਜੰਤੂ ਚਾਹੁੰਦੇ ਨੇ ਉਹਨਾਂ ਦੇ ਜੀਵਨ ਵਿੱਚ ਸੁੱਖ ਆਵੇ, ਮਨ ਵਿੱਚ ਟਿਕਾ ਆਵੇ। ਮਨ ਹਰ ਵੇਲੇ ਸੜਦਾ ਮੱਚਦਾ ਰਹਿੰਦਾ, ਕਿਧਰੇ ਈਰਖਾ, ਕ੍ਰੋਧ, ਪਾਪਾਂ ਦੇ ਪਛਤਾਵੇ, ਆਉਣ ਵਾਲੇ ਫਿਕਰਾਂ ਇਤਿਆਦਿਕ ਦੀ ਅੱਗ ਦੇ ਨਾਲ ਮਨ ਮੱਚਦਾ ਰਹਿੰਦਾ ਹੈ ਦੁਨੀਆ ਦਾ। ਹਰ ਬੰਦਾ ਚਾਹੁੰਦਾ ਮੈਂ ਸ਼ਾਂਤ ਹੋ ਜਾਵਾਂ, ਸੁਖੀ ਹੋਵਾਂ, ਮੇਰੀ ਜ਼ਿੰਦਗੀ ਵਿੱਚ ਸਕੂਨ ਹੋਵੇ। ਕੌਣ ਨਹੀਂ ਚਾਹੁੰਦਾ ਮੈਂ ਸੁਖੀ ਹੋਵਾਂ? ਸਕੂਨ ਉਦੋਂ ਮਿਲੇਗਾ ਸਾਧ ਸੰਗਤ ਜੀ ਜਦੋਂ ਅਸੀਂ ਬ੍ਰਹਮ ਗਿਆਨੀ ਹੋ ਜਾਵਾਂਗੇ। ਬ੍ਰਹਮ ਗਿਆਨ ਤੋਂ ਪਹਿਲਾਂ ਸਾਡੇ ਜੀਵਨ ਵਿੱਚ ਕਦੇ ਸਕੂਨ, ਕਦੇ ਰਸ ਨਹੀਂ ਆ ਸਕਦਾ। ਦੁਨੀਆ ਦਾ ਕੋਈ ਪਦਾਰਥ ਸਾਨੂੰ ਸਾਧ ਸੰਗਤ ਜੀ ਰਸ ਨਹੀਂ ਦੇ ਸਕਦਾ। ਇਹ ਬੜੀ ਵੱਡੀ ਸੱਚਾਈ। ਧਨ ਨੂੰ ਸੋਚਦੇ ਹਾਂ, ਤੜਫਦੇ ਹਾਂ, ਧਨ ਵਾਸਤੇ ਧਨ ਮਿਲ ਜਾਂਦਾ ਕਿ ਆਪਾਂ ਸੁਖੀ ਹੋ ਜਾਂਦੇ ਹਾਂ। ਦੇਖ ਲਓ, ਜੋ ਜਿੰਨਾ ਧਨ ਸਾਡੇ ਕੋਲ ਹੈ, ਕਈ ਐਸੇ ਵੀ ਸਰੀਰ ਨੇ ਜਿਨ੍ਹਾਂ ਦੇ ਕੋਲ ਇਹਦੇ ਮੁਕਾਬਲੇ ਕੁਝ ਵੀ ਨਹੀਂ ਹੈਗਾ। ਤਾਂ ਅਸੀਂ ਉਹਨਾਂ ਦੇ ਮੁਕਾਬਲੇ ਬਹੁਤ ਧਨਾੜ ਹੋਵਾਂਗੇ। ਕਈ ਸਾਡੇ ਤੋਂ ਵੀ 10 ਗੁਣਾ, ਹਜ਼ਾਰਾਂ ਗੁਣਾ ਵੱਧ ਕੇ ਹੋਣਗੇ। ਤਾਂ ਇਸੇ ਪ੍ਰਕਾਰ ਉਹ ਵੀ ਸੁਖੀ ਨਹੀਂ ਹਨ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਜੇ ਰਾਜ ਭਾਗ ਮਿਲ ਜਾਵੇ ਬੰਦਾ ਫਿਰ ਵੀ ਦੁਖੀ, ਅਸ਼ਾਂਤ, ਪਰੇਸ਼ਾਨ, ਦੁਖੀ ਰਹਿੰਦਾ ਹੈ। ਔਰ ਇਸੇ ਪ੍ਰਕਾਰ ਘਰ, ਜ਼ਮੀਨੋ ਜਾਇਦਾਦ, ਕਾਰਾਂ, ਕੋਠੀਆਂ, ਦੁਨੀਆ ਦੀ ਕੋਈ ਵੀ ਹਸਤੀ, ਦੁਨੀਆ ਦੀ ਕੋਈ ਤਾਕਤ ਮਨੁੱਖ ਨੂੰ ਸੁਖੀ ਨਹੀਂ ਕਰ ਸਕਦੀ। ਸਹੀ ਸੁੱਖ ਜਿਹੜਾ ਹੈ ਸਾਧ ਸੰਗਤ ਜੀ, ਉਹ ਬ੍ਰਹਮ ਗਿਆਨ ਵਿੱਚ ਹੈ। ਜਿਹੜਾ ਅਸੀਂ ਸਵੈ ਸਰੂਪ ਨੂੰ ਜਾਣ ਲੈਣਾ, ਭਜਨ ਕਰਨਾ, ਬੰਦਗੀ ਕਰਨੀ, ਚਿੰਤਨ ਕਰਨਾ, ਉਸ ਚਿੰਤਨ ਵਿੱਚੋਂ ਆਤਮਿਕ ਆਨੰਦ, ਰੂਹਾਨੀ ਰਸ ਜਿਹੜਾ ਮਿਲਣਾ ਨਾ ਸਾਧ ਸੰਗਤ ਜੀ, ਉਹ ਸਕੂਨ ਦਿੰਦਾ ਹੈ ਸਾਨੂੰ। ਤੇ ਉਹ ਐਸਾ ਸਕੂਨ ਦਿੰਦਾ, ਭਾਵੇਂ ਕੋਈ ਝੁੱਗੀ ਝੌਂਪੜੀ ਵਿੱਚ ਬੈਠਾ ਹੋਵੇ, ਜੇਲ੍ਹ ਵਿੱਚ ਕੈਦਖਾਨੇ 'ਚ ਬੈਠਾ ਹੋਵੇ, ਤਤੀਆਂ ਤਵੀਆਂ 'ਤੇ ਬੈਠਾ, ਕਿਧਰੇ ਮਰਜੀ ਬੈਠਾ ਹੋਵੇ,
ਉਹ ਜੀਵਨ ਫਿਰ ਸਾਧ ਸੰਗਤ ਜੀ ਸਕੂਨਮਈ ਹੁੰਦਾ ਹੋਵੇਗਾ। ਬਾਹਰੀ ਤੌਰ ਤੇ ਉਹਦਾ ਪਦਾਰਥਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੋ ਇਸੇ ਪ੍ਰਕਾਰ ਸਭ ਦੁਨੀਆ ਜਿਹੜੀ ਹੈ ਮਾਲਕ ਤੋਂ ਵਿਛੜ ਕੇ ਰੋ ਰਹੀ ਹੈ, ਪਰਮੇਸ਼ਰ ਤੋਂ ਵਿਛੜ ਕੇ ਦੁਖੀ ਹੋ ਰਹੀ ਹੈ। ਭਾਈ ਸਭ ਦੁਨੀਆ ਪਰੇਸ਼ਾਨ ਹੈ, ਇੱਥੇ ਸਾਰਾ ਸੰਸਾਰ ਇੱਥੇ ਪਰੇਸ਼ਾਨ। ਤੋ ਇਹ ਪਰੇਸ਼ਾਨੀ ਕੌਣ ਨਹੀਂ ਦੂਰ ਕਰਨਾ ਚਾਹੁੰਦਾ, ਪਰ ਇਹ ਪਰੇਸ਼ਾਨੀ ਯਤਨਾਂ ਦੇ ਨਾਲ ਦੂਰ ਨਹੀਂ ਹੁੰਦੀ, ਉਹਦੀ ਕਿਰਪਾ ਦੇ ਨਾਲ ਦੂਰ ਹੁੰਦੀ। ਆਪਣ ਲਿਆ ਜੇ ਮਿਲਿਆ ਵਿਛੜ ਕਿਉਂ ਰੋਵਨ। ਜੇ ਆਪਣਾ ਲਿਆ ਹੋਇਆ ਰੱਬ ਮਿਲਦਾ ਹੋਵੇ ਤਾਂ ਫਿਰ ਲੋਕ ਵਿਛੜ ਕੇ ਕਿਉਂ ਰੋਂਦੇ ਹਨ। ਉਹ ਤਾਂ ਉਹਦੀ ਬਖਸ਼ਿਸ਼ ਹੋ ਜਾਵੇ। ਆਪਨ ਪਾਪੈ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ। ਉਹ ਤਾਂ ਭਾਵਨ ਕੋ ਹੈ, ਜੇ ਕੋਈ ਭਾਵਨਾ ਰੱਖਦਾ, ਸਿਦਕ ਰੱਖਦਾ, ਜਿਹਦੀ ਭਾਵਨਾ ਨੂੰ ਭਾ ਜਾਂਦੀ ਹੈ, ਉਹਨੂੰ ਆਪ ਆਣ ਕੇ ਮਿਲਦਾ ਹੈ। ਵੈਸੇ ਕਿਸੇ ਦੇ ਬਾਪ ਦਾ ਬੱਧਾ ਹੋਇਆ ਨਹੀਂ। ਆਪਨ ਬਾਪੈ ਨਾ ਹੀ ਕਿਸੇ ਕੋ, ਕਿਸੇ ਦੇ ਬਾਪ ਦਾ ਗੁਲਾਮ ਨਹੀਂ ਹੈ। ਜਿਵੇਂ ਕਹਿੰਦੇ ਮੈਂ ਤੇਰੇ ਬਾਪ ਦਾ ਕਰਜ਼ਾ ਨਹੀਂ ਦੇਣਾ, ਰੱਬ ਨੇ ਕਿਸੇ ਦੇ ਬਾਪ ਦਾ ਕਰਜ਼ਾ ਨਹੀਂ ਦੇਣਾ, ਕਿਸੇ ਦਾ ਬੱਧਾ ਹੋਇਆ ਨਹੀਂ। ਉਹ ਤਾਂ ਮੌਜ ਦਾ ਮਾਲਕ ਹੈ। ਕਈ ਐਸੇ ਨੇ ਬੜੀ ਬੜੀ ਤਪਸਾ ਕਰਦੇ ਰਹਿੰਦੇ, ਬੜੀ ਸਾਧਨਾ ਕਰਦੇ, ਉਹਨਾਂ ਨੂੰ ਮਿਲਦਾ ਨਹੀਂ। ਤੇ ਕਈ ਕੁਛ ਵੀ ਨਹੀਂ ਕਰਦੇ, ਸੁੱਤੇ ਹੀ ਰਹਿੰਦੇ, ਤੇ ਰੱਬ ਉਹਨਾਂ ਨੂੰ ਜਗਾਲ ਕੇ ਮਿਲਦਾ। ਇੱਕ ਜਾਗਣ ਦੇ ਨਾਂ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ। ਸੁੱਤਿਆਂ ਨੂੰ ਉਠਾਲ ਕੇ ਮਿਲਦਾ, ਕਹਿੰਦਾ ਉੱਠ ਮੈਂ ਤੈਨੂੰ ਮਿਲਣ ਆਇਆ। ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਰੱਬ ਵੀ ਮਗਰ ਮਗਰ ਤੁਰਿਆ ਫਿਰਦਾ, ਕਹਿੰਦਾ ਚੰਦਰਿਆ ਖੜ ਤੇ ਜਾ, ਤੈਨੂੰ ਮਿਲਣਾ ਹੈ। ਸਾਧ ਸੰਗਤ ਜੀ ਐਸੇ ਸਰੀਰ ਗੁਰੂ ਘਰ ਵਿੱਚ ਰਹਿੰਦਿਆਂ ਬਹੁਤ ਵੇਖੇ ਜੀ, ਬਹੁਤ ਵੇਖੇ। 20-21 ਸਾਲ ਹੋ ਗਏ ਨੇ ਗੁਰੂ ਸੰਗਤ ਦੇ ਆਸਰੇ ਪਲਦਿਆਂ ਹੋਇਆਂ। ਤੋ 8 ਸਾਲਾਂ ਦੇ ਬੱਚੇ ਸੀਗੇ, ਦੰਦ ਵੀ ਚੱਜ ਦੇ ਨਾਲ ਗੁਰੂ ਘਰ ਦੇ ਵਿੱਚ ਹੀ ਉੱਗੇ, ਗੁਰੂ ਘਰ ਦੇ ਵਿੱਚ ਹੀ ਟੁੱਟੇ, ਜਵਾਨੀ ਵੀ ਗੁਰੂ ਘਰ ਦੇ ਵਿੱਚ ਹੀ ਲੰਘ ਰਹੀ। ਐਸੇ ਐਸੇ ਸਰੀਰ ਦੇਖੇ, ਜਾਂ ਕੋਈ ਪਿਛਲੀ ਕਮਾਈ ਹੋਵੇਗੀ ਉਹਨਾਂ ਦੀ, ਜਾਂ ਪਰਮੇਸ਼ਰ ਜਾਣੇ ਕੀ ਕਾਰਨ। ਥੋੜੀ ਵੀ ਬੰਦਗੀ ਕਰਦੇ, ਥੋੜਾ ਵੀ ਨਾਮ ਜਪਦੇ, ਇੰਨਾ ਉਹਨਾਂ ਦੇ ਜੀਵਨ ਵਿੱਚ ਆਨੰਦ, ਇੰਨਾ ਸਕੂਨ, ਇੰਨੀ ਬਖਸ਼ਿਸ਼ ਕਿ ਬਸ ਉਹਨਾਂ ਤੋਂ ਸਦਕੇ ਜਾਣ ਨੂੰ ਦਿਲ ਕਰਦਾ। ਇਹਦੇ ਮੁਕਾਬਲੇ ਬੜੇ ਬੜੇ ਹਠੀ ਤਪੀ, ਬੜੇ ਬੜੀ ਕਮਾਈ ਵਾਲੇ ਗੁਰਸਿੱਖ ਦੇਖੇ, ਇੰਨਾ ਹੱਠ ਤਪ, ਇੰਨਾ ਉਦਮ, ਇੰਨੀ ਕਮਾਈ, ਪਰ ਸਾਧ ਸੰਗਤ ਜੀ ਉਹਨਾਂ ਦੇ ਜੀਵਨ ਵਿੱਚ ਰਸ ਨਹੀਂ। ਸ਼ਾਇਦ ਅੱਗੇ ਹੋਰ ਉਹਨਾਂ ਨੂੰ ਬੰਦਗੀ ਕਰਨੀ ਹੋਵੇਗੀ, ਹੋਰ ਉਹਨਾਂ ਨੂੰ ਕਮਾਈ ਕਰਨੀ ਹੋਵੇਗੀ। ਪਰਮੇਸ਼ਰ ਜਾਣੇ ਇਹ ਕੀ ਮਾਲਕ ਦੀ ਮੌਜ ਹੈ ਭਾਈ। ਇਹ ਤਾਂ ਉਹਦੀ ਮੌਜ ਦੀ ਗੱਲ ਹੈ ਭਾਈ, ਉਹਦੀ ਰਜ਼ਾ ਦੀ ਗੱਲ ਹੈ। ਜਿਹਨੂੰ ਉਹਦੀ ਰਜ਼ਾ ਵਿੱਚ ਰਹਿਣਾ ਆ ਗਿਆ, ਉਹਦੀ ਆਗਿਆ ਵਿੱਚ ਰਹਿਣਾ ਆ ਗਿਆ, ਮਨ ਦੀ ਗਹਿਰਾਈ ਤੋਂ ਉਹਨੂੰ ਰੱਬ ਨਿਰਯਤਨੀ ਮਿਲ ਜਾਂਦਾ। ਕਥਾ ਕਹਿ ਕੇ ਅੱਗੇ ਜਾਣਾ। ਇੱਕ ਵਾਰ ਜੰਗਲ ਵਿੱਚ 2 ਦਰਵੇਸ਼ ਮਹਾਤਮਾ ਤਪਸਾ ਕਰਦੇ ਸਨ। ਇੱਕ ਨੌਜਵਾਨ ਸੀ, ਭਰ ਜਵਾਨੀ, ਸੁੰਦਰ ਚਿਹਰਾ, ਪਰਮੇਸ਼ਰ ਦਾ ਨਾਮ ਜਪੇ, ਤੇ ਇੱਕ ਬਜ਼ੁਰਗ ਸੀ। ਨੌਜਵਾਨ ਨੇ ਹੁਣੇ ਹੁਣੇ ਜਪਣਾ ਸ਼ੁਰੂ ਕੀਤਾ ਸੀ, ਬਜ਼ੁਰਗ ਕਿਤੇ ਬਚਪਨ ਤੋਂ ਹੀ ਜਪਦਾ ਸੀ, ਜਨਮ ਜਾਤ ਹੀ ਉਹ ਸੰਨਿਆਸੀ ਸੀ। ਨਾਰਦ ਆਏ ਤੇ ਆਣ ਕੇ ਕਹਿਣ ਲੱਗੇ ਵੀ ਭਲਿਓ, ਮੈਂ ਚੱਲਿਆ ਭਗਵਾਨ ਦੇ ਕੋਲ, ਭਗਵਾਨ ਨਾਲ ਮੇਰੀ ਮੁਲਾਕਾਤ ਹੋਵੇਗੀ। ਆਖੇ ਤੇ ਕੋਈ ਸੁਨੇਹਾ ਦੇਣਾ ਹੋਵੇ, ਕੁਝ ਪੁੱਛਣਾ ਦੱਸਣਾ ਹੋਵੇ ਤੇ ਪੁੱਛ ਲਓ। ਉਸ ਵੇਲੇ ਬਜ਼ੁਰਗ ਨੇ, ਸੰਨਿਆਸੀ ਨੇ ਕਿਹਾ ਵੀ ਪੁੱਛ ਲਈ ਉਹਨੂੰ ਵੀ ਕਦੋਂ ਕਿ ਮਿਲੇਗਾ, ਕਿੰਨਾ ਸਮਾਂ ਹੋ ਗਿਆ ਤਪਸਾ ਕਰਦਿਆਂ, ਕੋਈ ਚੱਜ ਦੀ ਰੋਟੀ ਨਹੀਂ ਖਾਧੀ, ਕੰਦ ਮੂਲ ਖਾ ਕੇ, ਫਲ ਫੁੱਲ ਖਾ ਕੇ, ਢਿੱਡ ਭਰ ਕੇ ਜਪੀ ਜਾਂਦੇ ਆ, ਜਪੀ ਜਾਂਦੇ ਆ, ਸੁੱਖ ਰਸ ਸਾਰਾ ਕੁਝ ਛੱਡਿਆ ਹੋਇਆ। ਦਰਸ਼ਨ ਹੋ ਜਾਏਗਾ ਕਿ ਨਹੀਂ, ਮਿਲੇਗਾ ਵੀ ਕਿ ਨਹੀਂ, ਨਿਰਾਸ਼ੇ ਜੇ ਹੋ ਗਏ। ਨੌਜਵਾਨ ਤਪਸਵੀ ਨੇ ਵੀ ਇਹੋ ਹੀ ਗੱਲ ਪੁੱਛੀ। ਨਾਰਦ ਮੁਨ ਕਹਿੰਦੇ ਕੋਈ ਨਹੀਂ, ਦੱਸਾਂਗੇ। ਗਏ, ਕੋਈ ਅਰਸੇ ਬਾਅਦ ਨਾਰਾਇਣ ਨਾਰਾਇਣ ਕਹਿ ਕੇ ਪ੍ਰਗਟ ਹੋ ਗਏ ਫਿਰ ਨਾਰਦ ਮੁਨ। ਤੇ ਪੁੱਛਿਆ ਉਸ ਵੇਲੇ ਦੋਨਾਂ ਤਪਸਵੀਆਂ ਨੇ ਵੀ ਕਦੋਂ ਮਿਲਣਗੇ। ਬਜ਼ੁਰਗ ਨੂੰ ਨਾਰਦ ਮੁਨ ਨੇ ਪਹਿਲਾਂ ਕਿਹਾ, ਜਿਹੜਾ ਜ਼ਿਆਦਾ ਹੀ ਕਾਹਲਾ ਸੀ, ਕਹਿਣ ਲੱਗੇ ਵੀ ਆ ਜਿਹੜੇ ਰੁੱਖ ਦੇ ਥੱਲੇ ਬੈਠਾ ਹੋਇਆ, ਬੋਹੜ ਦਾ ਰੁੱਖ ਹੈ, ਜਿੰਨੀਆਂ ਇਹਦੀਆਂ ਗੋਲਾਂ ਨੇ, ਬੋਹੜ ਦੇ ਫਲ ਨੂੰ ਮਾਝੇ ਵਿੱਚ ਗੋਲ ਕਹਿੰਦੇ ਨੇ। ਤੂਤ ਦਾ ਜਿਹੜਾ ਫਲ ਹੁੰਦਾ ਉਹਨੂੰ ਵੀ ਗੋਲਾਂ ਕਹਿੰਦੇ ਨੇ, ਬੋਹੜ ਦੇ ਫਲ ਨੂੰ ਵੀ ਗੋਲਾਂ ਕਹਿੰਦੇ ਨੇ। ਕਿਹਾ ਵੀ ਜਿੰਨੀਆਂ ਇਹ ਗੋਲਾਂ ਨੇ,
ਉਹਨੇ ਜਨਮ ਹੋਰ ਲੱਗਣਗੇ ਅਖੇ, ਦਰਸ਼ਨ ਹੋ ਜਾਣਗੇ। ਤਪਸਾ ਕਰੀ ਜਾ, ਹੁਣ ਤੂੰ ਲੱਗਾ ਹੀ ਰਹਿ, ਫਿਕਰ ਨਾ ਕਰ। ਵਗਾ ਕੇ ਮਾਰੀ ਮਾਲਾ ਉਹਨੇ, ਕਹਿੰਦਾ ਮੈਂ ਕੀ ਲੈਣਾ ਇਹੋ ਜਿਹੇ ਰੱਬ ਤੋਂ, ਸਾਰੀ ਜ਼ਿੰਦਗੀ ਗਾਲ ਦਿੱਤੀ ਅਖੇ, ਕੋਈ ਸਕੂਨ ਨਹੀਂ, ਕੋਈ ਚੱਜ ਨਹੀਂ, ਕੋਈ ਸੁੱਖ ਨਹੀਂ। ਜੇ ਹੁਣ ਵੀ ਨਹੀਂ ਮਿਲਣਾ ਤੇ ਉਹਨੇ ਕਦੋਂ ਮਿਲੇਗਾ। ਚੱਕ ਆਪਣੀ ਮਾਲਾ ਆਖੇ ਦਿਆ ਜਾ ਕੇ ਆਪਣੇ ਭਗਵਾਨ ਨੂੰ, ਇਹ ਮਾਲਾ ਆਪਣੀ ਲੀਜੈ। ਨੌਜਵਾਨ ਸੰਨਿਆਸੀ ਦੇਖਦਾ ਰਿਹਾ ਇਹ ਨਜ਼ਾਰਾ। ਫਿਰ ਨਾਰਦ ਮੁਨ ਉਹਦੇ ਕੋਲ ਗਏ ਵੀ ਤੇਰੀ ਬਾਬਤ ਪਰਮੇਸ਼ਰ ਨੇ ਇਹ ਕਿਹਾ ਵੀ ਜਿਹੜੇ ਰੁੱਖ ਦੇ ਥੱਲੇ ਬੈਠਾ, ਬੋਹੜ ਦੇ ਥੱਲੇ, ਤੂੰ ਅਜੇ ਹੁਣੇ ਸ਼ੁਰੂ ਕੀਤਾ ਜਪਣਾ, ਤੇ ਜਿੰਨੀਆਂ ਗੋਲਾਂ ਨੇ ਤੇ ਗੋਲਾਂ ਦੇ ਵਿੱਚ ਬੀਜ ਨੇ, ਬੋਹੜ ਦਾ ਬੀਜ ਹੁੰਦਾ ਖਸਖਾਸ ਦੇ ਦਾਣੇ ਜਿੱਡਾ ਹੁੰਦਾ, ਜਿਨ੍ਹਾਂ ਨੇ ਕਦੀ ਵੇਖਿਆ ਉਹਨਾਂ ਨੂੰ ਪਤਾ ਹੋਵੇਗਾ ਵੀ ਜਿੰਨੀਆਂ ਗੋਲਾਂ ਦੇ ਵਿੱਚ ਬੀਜ ਨੇ ਉਨੇ ਜਨਮ ਲੱਗਣਗੇ ਅਖੇ, ਤੈਨੂੰ ਮਿਲ ਜਾਏਗਾ ਭਗਵਾਨ। ਕਹਿੰਦੇ ਉਹ ਨੌਜਵਾਨ ਇੰਨਾ ਖੁਸ਼ੀ ਵਿੱਚ ਝੂਮਿਆ, ਉੱਥੇ ਇੰਨਾ ਝੂਮਿਆ ਖੁਸ਼ੀ ਦੇ ਵਿੱਚ ਕਿ ਰੁੱਖ ਬ੍ਰਿਸ਼ ਵੀ ਝੂਮਣ ਲੱਗ ਗਏ, ਹਵਾਵਾਂ ਵੀ ਝੂਮਣ ਲੱਗ ਗਈਆਂ। ਕਹਿੰਦਾ ਬਸ ਇੰਨੇ ਕੀ ਜਨਮ, ਸਿਰਫ ਇੰਨੇ ਕੁ, ਇੰਨਾ ਖੁਸ਼ੀ ਵਿੱਚ ਉਹ ਝੂਮਿਆ। ਕਹਿੰਦੇ ਉਸ ਆਨੰਦ ਵਿੱਚੋਂ, ਉਸ ਮਸਤੀ ਵਿੱਚੋਂ ਉਹਨੂੰ ਭਗਵਾਨ ਦਾ ਦਰਸ਼ਨ ਹੋ ਗਿਆ, ਉਹ ਬ੍ਰਹਮ ਗਿਆਨੀ ਹੋ ਗਿਆ ਉਸ ਮਸਤੀ ਵਿੱਚੋਂ ਹੀ। ਤੋ ਨਾਰਦ ਮੁਨ ਵੀ ਉਹਦੇ ਤੋਂ ਸਦਕੇ ਗਏ, ਦੇਵ ਰਿਸ਼ੀ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਹੜਾ ਉਡੀਕ ਕਰਦਾ ਹੈ ਤੇ ਸਿਦਕ ਰੱਖਦਾ ਹੈ, ਸਮਰੱਥ ਮਾਲਕ ਕਿਰਪਾ ਕਰਦੇ ਨੇ, ਉਹਨੂੰ ਆਪਣਾ ਦੀਦਾਰ ਵੀ ਦਿੰਦੇ ਆ। ਪਰ ਉਹਦੀ ਬਖਸ਼ਿਸ਼ ਹੋਵੇ ਤਾਂ, ਉਹਦੀ ਦਇਆ। ਹੁਣ ਪਤਾ ਨਹੀਂ ਉਹਨੇ, ਜਿਵੇਂ ਨੌਜਵਾਨ ਸੰਨਿਆਸੀ ਨੇ ਨਵਾਂ ਜਪਣਾ ਸ਼ੁਰੂ ਕਰਤਾ ਤੇ ਨਾਲ ਹੀ ਉਹਨੂੰ ਰਸ ਆ ਗਿਆ। ਇਹ ਤਾਂ ਉਹਦੀ ਮੌਜ ਹੈ ਭਾਈ, ਇਹ ਤਾਂ ਅਲੂਣੀ ਸਿੱਲ ਹੈ। ਜਿਹੜਾ ਇਹ ਚੱਟਣਾ ਚਾਹੁੰਦਾ ਹੈ ਉਹੀ ਇਸ ਰਾਹ ਤੇ ਚੱਲੇ। ਜਿਹੜਾ ਸੋਚੇ ਵੀ ਹੁਣੇ ਮੈਨੂੰ ਰਸ ਆ ਜੇ, ਹੁਣੇ ਮੈਨੂੰ ਸਾਰਾ ਕੁਝ ਮਿਲ ਜੇ, ਉਹ ਤਾਂ ਫਿਰ ਪਿੱਛੇ ਰਵੇ ਅਜੇ। ਤੋ ਇਸੇ ਪ੍ਰਕਾਰ ਇਹਦੇ ਲਈ ਤਾਂ ਨਿਰੋਲ ਤਿਆਗ ਚਾਹੀਦਾ ਹੈ। ਜੇ ਨਿਰੋਲ ਤਿਆਗ ਹੋਵੇਗਾ ਤੇ ਹੋ ਸਕਦਾ ਹੁਣੇ ਮਿਲ ਜਾਵੇ, ਪਰ ਕੋਈ ਜ਼ਰੂਰੀ ਨਹੀਂ ਹੈ। ਇਹ ਤਾਂ ਇਸ ਤਰ੍ਹਾਂ ਦੀਆਂ ਖੇਡਾਂ ਨੇ, ਇਹ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ। ਮਹਾਰਾਜ ਕਹਿੰਦੇ ਆਪਣ ਲਿਆ ਜੇ ਮਿਲਿਆ ਵਿਛੜ ਕਿਉਂ ਰੋਵਨ। ਜੇ ਆਪਣਾ ਲਿਆ ਹੋਇਆ ਰੱਬ ਮਿਲਦਾ ਹੋਵੇ ਤੇ ਜੀਵ ਜੰਤੂ ਵਿਛੜ ਕੇ ਕਿਉਂ ਰੋਣ ਭਲਾ। ਉਹ ਆਪਣਾ ਲਿਆ ਹੋਇਆ ਨਹੀਂ ਮਿਲਦਾ, ਉਹ ਤਾਂ ਮਰਜ਼ੀ ਨਾਲ ਮਿਲਦਾ ਹੈ, ਉਹ ਤਾਂ ਆਪਣੀ ਮੌਜ ਦਾ ਮਾਲਕ ਹੈ ਭਾਈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਾਧੂ ਗੁਰਮੁਖਾਂ ਦਾ ਸੰਗ ਮਿਲਿਆ ਹੈ, ਨਾਨਕ ਰੰਗ ਮਾਣਨ, ਉਹ ਰੰਗ ਖੁਸ਼ੀਆਂ ਮਾਣਦੇ ਹਨ, ਉਹ ਖੁਸ਼ ਹਨ, ਪ੍ਰਸੰਨ ਹਨ ਸਦਾ ਹੀ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਸੋ ਜੇਠ ਦੇ ਮਹੀਨੇ ਦੀ ਸਮਾਪਤੀ ਕਰਦਿਆਂ ਹੋਇਆਂ ਸ਼ਹੀਦੋਂ ਕੇ ਸਰਤਾਜ, ਕਲਜੋ ਕੇ ਜਹਾਜ, ਗੁਰੂ ਗਰੀਬ ਨਿਵਾਜ ਮਹਾਰਾਜ ਸ਼੍ਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਰ ਜੇਠ ਰੰਗੀਲਾ ਤਿਸ ਧਣੀ। ਜੇਠ ਦਾ ਮਹੀਨੇ ਵਿੱਚ ਮਹਾਰਾਜ ਕਹਿੰਦੇ ਹਰੀ ਉਹਨਾਂ ਨੂੰ ਰੰਗੀਲਾ ਲੱਗਦਾ ਹੈ। ਧਣੀ ਮਾਲਕ ਜੋ ਪਰਮੇਸ਼ਰ ਹੈ ਨਾ, ਉਹਨਾਂ ਨੂੰ ਰੰਗੀਲਾ ਲੱਗਦਾ ਹੈ, ਰੰਗ ਵਾਲਾ, ਚੋਜ ਵਾਲਾ ਉਹਨਾਂ ਨੂੰ ਲੱਗਦਾ ਹੈ। ਕਿਹਨਾਂ ਨੂੰ? ਜਿਸ ਕੈ ਭਾਗ ਮਥਨ, ਜਿਨ੍ਹਾਂ ਦੇ ਮੱਥੇ ਦੇ ਧੁਰ ਪੂਰਬਲੇ ਵੱਡੇ ਭਾਗ ਨੇ, ਉਹਨਾਂ ਨੂੰ ਰੱਬ ਚੰਗਾ ਲੱਗਦਾ, ਨਹੀਂ ਤੇ ਨਹੀਂ ਚੰਗਾ ਲੱਗਦਾ। ਅਲੂਣੀ ਸਿੱਲ ਹੈ, ਕਿਸੇ ਵਿਰਲੇ ਟਾਵੇਂ ਨੂੰ ਚੰਗਾ ਲੱਗਦਾ ਹੈ। ਤੋ ਜਿਹਦਾ ਕੋਈ ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲੱਗ ਗਿਆ, ਪੂਰਬਲਾ ਭਾਗ ਜਿਹਦਾ ਜਾਗਿਆ ਹੋਇਆ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ, ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਹ ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੇਠ ਦੇ ਮਹੀਨੇ ਰਾਹੀਂ ਸ਼ੁਭ ਸਿੱਖਿਆ ਪਾਵਨ ਉਪਦੇਸ਼ ਗਰੀਬ ਨਿਵਾਜ ਮਹਾਰਾਜ ਜੀ ਨੇ ਤਰਸ ਕਰਕੇ ਸਾਡੇ ਰਾਹੀਂ ਦਿੱਤਾ। ਅੱਜ ਗੁਰੂ ਗਰੀਬ ਨਿਵਾਜ ਪੰਥ ਦੇ ਵਾਲੀ, ਹਲਤ ਪਲਤ ਕੇ ਰੱਖਿਆ ਲੋਕ ਪਰਲੋਕ ਕੇ ਸਹਾਇਕ ਸਤਿਗੁਰੂ ਧੰਨ ਗੁਰੂ ਜਗਤ ਗੁਰੂ ਪਿਆਰੇ ਗੁਰੂ ਸ੍ਰੀ ਗੁਰੂ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਵੈਸਾਖ ਦੇ ਮਹੀਨੇ ਦੀ ਸਮਾਪਤੀ ਔਰ ਜੇਠ ਦੇ ਮਹੀਨੇ ਦੀ ਪ੍ਰਾਰੰਭਤਾ ਹੈ। ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ, ਪੰਥ ਦੀ ਚੜ੍ਹਦੀ ਕਲਾ ਹੋਵੇ, ਪੰਥ ਵਿੱਚ ਏਕਤਾ ਇਤਫਾਕ ਸਲੂਕ ਦੀ ਦਾਤ ਆਵੇ। ਗਰੀਬ ਨਿਵਾਜ ਮਹਾਰਾਜ ਪੰਥ ਦੀ ਬੋੜੀ ਕਰਨ, ਅੰਗ ਸੰਗ ਸਹਾਈ ਹੋਣ ਸੱਚੇ ਪਾਤਸ਼ਾਹ।
ਇਹ ਸੰਸਾਰ ਤੇ ਆਈ ਹੋਈ ਮਹਾਮਾਰੀ ਬਿਮਾਰੀ ਦਾ ਨਾਸ਼ ਹੋਵੇ, ਸ਼ਾਂਤੀ ਵਰਤੇ ਜਿਨ ਕਿਨ ਪ੍ਰਕਾਰ। ਸਤਿਗੁਰੂ ਜੀ ਮਹਾਰਾਜ ਤਰਸ ਕਰਨ ਕਿਤ ਕੋ ਸਾਹਿਬ ਆਵੇ ਰੋਹੇ, ਤੂੰ ਉਹਨਾਂ ਕੋ ਤੋਰੇ ਤੇਰੇ ਓਹੇ। ਜੀਵ ਜੰਤੂ ਮਾਲਕ ਦੇ ਹਨ, ਮਾਲਕ ਕਿਰਪਾ ਕਰੇ ਤਰਸ ਦੀ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਤੱਕੇ। ਗੁਰੂ ਬਾਣੀ ਦੀ ਵਿਚਾਰ ਕਥਾ ਕਰਦਿਆਂ ਹੋਈ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ ਸੀਮਾ ਅੱਗੇ ਤੋਂ ਸਮਝ ਦੇਣੀ। ਲੇਖੈ ਗਣਤ ਨਾ ਛੂਟੀਐ, ਕਾਚੀ ਪੀਤ ਨਾ ਸੁਧ, ਜਿਸੇ 부ਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੁੱਧ। ਸਾਧੂ ਸੰਗ ਪਰਾਪਤੇ, ਨਾਨਕ ਰੰਗ ਮਣਨ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।